हाँ जी दोस्तों, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਇਸ ਕਲਾਸ ਦੇ ਵਿੱਚ ਅੱਜ ਅਸੀਂ SST ਪੈਡਾਗੋਜੀ ਦੇ ਕੁਝ ਟੌਪਿਕ ਡਿਸਕਸ ਕਰਾਂਗੇ। ਇਹ ਟੌਪਿਕ ਸਪੈਸ਼ਲੀ ਸਮਾਜਿਕ ਸਿੱਖਿਆ ਸਬਜੈਕਟ ਦੇ ਨਾਲ ਸੰਬੰਧਿਤ ਹੋਣਗੇ। ਠੀਕ ਹੈ ਜੀ। ਇਸ ਤੋਂ ਬਾਅਦ ਇਸ ਦੇ ਲਾਸਟ ਵਿੱਚ ਅਸੀਂ ਕੁਝ ਕੁਐਸਚਨਾਂ ਦੀ ਪ੍ਰੈਕਟਿਸ ਕਰਾਂਗੇ ਜੋ ਪਹਿਲਾਂ ਪੇਪਰਾਂ ਦੇ ਵਿੱਚ ਪੁੱਛੇ ਜਾ ਚੁੱਕੇ ਨੇ। ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਡਿਸਕਸ ਕਰਦੇ ਹਾਂ ਕਿ ਸੋਸ਼ਲ ਸਟੱਡੀ, ਇਸ ਦਾ ਕਨਸੈਪਟ ਅਤੇ ਨੇਚਰ ਨੂੰ ਅਸੀਂ ਡਿਸਕਸ ਕਰਾਂਗੇ। ਸਮਾਜਿਕ ਅਧਿਐਨ ਵਿਸ਼ੇ ਦੀ ਸਥਾਪਨਾ ਸੀ ਜਿਹੜੀ ਸਾਰਾ ਹੈਵਰ ਥਾਮਸ ਜੌਨਸਨ ਨੇ 1912 ਈਸਵੀ ਵਿੱਚ ਕੀਤੀ ਸੀ। ਅਤੇ ਇੱਕ ਰਾਸ਼ਟਰੀ ਸਿੱਖਿਆ ਕਮਿਸ਼ਨ USA ਦੇ ਰਿਪੋਰਟ ਦੇ ਅਨੁਸਾਰ, ਜੋ ਰਿਪੋਰਟ ਕਿ ਇਹਨਾਂ ਨੇ 1916 ਦੇ ਵਿੱਚ ਪੇਸ਼ ਕੀਤੀ ਸੀ, ਉਸ ਦੇ ਵਿੱਚ ਸਮਾਜਿਕ ਅਧਿਐਨ ਵਿਸ਼ੇ ਨੂੰ ਇਸ ਤਰੀਕੇ ਨਾਲ ਪਰਿਭਾਸ਼ਿਤ ਕੀਤਾ ਗਿਆ ਸੀ। ਉਹ ਵਿਸ਼ਾ ਵਸਤੂ ਜਿਹੜੇ ਪ੍ਰਤੱਖ ਰੂਪ ਵਿੱਚ ਮਨੁੱਖੀ ਸਮਾਜ ਅਤੇ ਮਨੁੱਖੀ ਸਮਾਜਿਕ ਸਮੂਹਾਂ ਦੇ ਮੈਂਬਰ ਵਜੋਂ ਇਸ ਦੇ ਸੰਗਠਨ ਅਤੇ ਵਿਕਾਸ ਨਾਲ ਸੰਬੰਧਿਤ ਹਨ। ਤਾਂ ਇਹ ਡੈਫੀਨੇਸ਼ਨ ਦਿੱਤੀ ਗਈ ਸੀ ਜੀ ਰਾਸ਼ਟਰੀ ਸਿੱਖਿਆ ਕਮਿਸ਼ਨ USA ਦੁਆਰਾ। ਅਤੇ ਇਸ ਤੋਂ ਬਾਅਦ ਅਸੀਂ ਡਿਸਕਸ ਕਰਦੇ ਹਾਂ ਕਿ ਇਸੇ ਰਿਪੋਰਟ ਦੇ ਅਧੀਨ ਇਸ ਦਾ ਮਤਲਬ ਮੁੱਖ ਮੋਟੋ ਕੀ ਸੀ ਕਿ ਚੰਗੇ ਸ਼ਹਿਰੀ ਪੈਦਾ ਕਰਨਾ। ਠੀਕ ਹੈ ਜੀ। ਤਾਂ ਇਹ ਇਸ ਦਾ ਮੁੱਖ ਮੋਟੋ ਸੀ, ਇਹਨੂੰ ਤੁਸੀਂ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਇਸ ਤੋਂ ਬਿਨਾਂ ਜੇਕਰ ਗੱਲ ਕਰੀਏ ਅਸੀਂ 1937 ਈਸਵੀ ਦੇ ਵਿੱਚ ਮਹਾਤਮਾ ਗਾਂਧੀ ਨੇ ਬੇਸਿਕ ਸਿੱਖਿਆ ਯਾਨੀ ਕਿ ਵਾਰਦਾ ਸਕੀਮ ਦੇ ਅਧੀਨ ਇਸ ਵਿਸ਼ੇ ਨੂੰ ਅਹਿਮ ਸਥਾਨ ਦਿੱਤਾ ਸੀ। ਜੇਕਰ ਅਸੀਂ ਗੱਲ ਕਰੀਏ ਇਸ ਦੇ ਨੇਚਰ ਵਿੱਚ ਕੀ ਕੁਝ ਸ਼ਾਮਲ ਹੈ, ਇਸ ਦੇ ਵਿੱਚ ਸਟੱਡੀ ਆਫ ਸੁਸਾਇਟੀ ਇਸ ਦੇ ਵਿੱਚ ਸ਼ਾਮਲ ਹੈ। ਉਸ ਤੋਂ ਬਿਨਾਂ ਸਟੱਡੀ ਆਫ ਮੈਨ ਟੂ ਮੈਨ, ਮਤਲਬ ਇੱਦਾਂ ਹੀ ਕੀਵਰਡਾਂ ਨੂੰ ਯਾਦ ਰੱਖਿਓ। ਠੀਕ ਹੈ, ਤੁਹਾਨੂੰ ਇੱਦਾਂ ਹੀ ਪੁੱਛਿਆ ਜਾ ਸਕਦਾ ਇਸ ਦੇ ਨੇਚਰ ਵਿੱਚ ਕੀ ਕੁਝ ਸ਼ਾਮਲ ਹੈ। ਇਸ ਤੋਂ ਬਿਨਾਂ ਇਨਵਾਇਰਮੈਂਟ ਸਾਇੰਸਿਸ, ਠੀਕ ਹੈ ਜੀ, ਲਾਈਫ ਦੇ ਨਾਲ ਆਪਣੀਆਂ ਹੋਰ ਰਿਲੇਟਿੰਗ ਚੀਜ਼ਾਂ ਨਹੀਂ ਹੋ ਗਈਆਂ ਹੈ ਨਾ, ਜਿਵੇਂ ਪੂਰਾ ਆਪਣਾ ਸ਼ਡਿਊਲ ਵਗੈਰਾ। ਇਸ ਤੋਂ ਬਿਨਾਂ ਪਾਸਟ ਅਵੇਅਰਨੈਸ, ਐਜੂਕੇਸ਼ਨ ਫਾਰ ਸਿਟੀਜ਼ਨ, ਕਰੰਟ ਅਫੇਅਰਸ, ਠੀਕ ਹੈ, ਨੈਸ਼ਨਲ ਇੰਟਰਨੈਸ਼ਨਲ ਅਫੇਅਰਸ, ਇਹ ਸਭ ਚੀਜ਼ਾਂ ਜਿਹੜੀਆਂ ਇਸ ਵਿਸ਼ੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ। ਇਸ ਤੋਂ ਬਿਨਾਂ ਦੋਸਤੋ ਜੇਕਰ ਗੱਲ ਕਰੀਏ ਇਸ ਦੇ ਪੂਰੇ ਸਟਰਕਚਰ ਨੂੰ ਇਸ ਤਰੀਕੇ ਨਾਲ ਡਿਫਾਈਨ ਕੀਤਾ ਜਾ ਸਕਦਾ ਹੈ ਕਿ ਇਸ ਦੇ ਵਿੱਚ ਸੋਸ਼ਲ ਸਾਇੰਸ ਇਸ ਦੇ ਵਿੱਚ ਆਉਂਦੀ ਹੈ, ਸਾਇੰਸ, ਲੈਂਗੁਏਜ, ਮੈਥ, ਇਹ ਸਭ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਸ਼ਾਮਲ ਹੈਗੀਆਂ ਨੇ, ਇਹਨੂੰ ਇੱਦਾਂ ਡਿਫਾਈਨ ਕੀਤਾ ਜਾ ਸਕਦਾ ਹੈ। ਇਸ ਤੋਂ ਬਿਨਾਂ ਜੇਕਰ ਅਸੀਂ ਗੱਲ ਕਰੀਏ ਕਲਾਸਰੂਮ ਪ੍ਰੋਸੈਸ, ਮਤਲਬ ਕਿ ਕਲਾਸਰੂਮ ਦੇ ਵਿੱਚ ਕਿਹੜੀਆਂ ਐਕਟੀਵਿਟੀਆਂ ਸ਼ਾਮਲ ਹੋ ਗਈਆਂ। ਇਸ ਦੇ ਵਿੱਚ ਟੀਚਿੰਗ ਏਡਸ ਆ ਗਈਆਂ, ਕਲਾਸਰੂਮ ਦਾ ਪੂਰਾ ਸਿਸਟਮ ਆ ਗਿਆ। ਦੇਖੋ ਜੀ, ਸਭ ਤੋਂ ਪਹਿਲਾਂ ਅਸੀਂ ਸਮਝਦੇ ਹਾਂ ਕਿ ਟੀਚਿੰਗ ਏਡਸ ਦੇ ਵਿੱਚ, ਵੈਸੇ ਤਾਂ ਦੇਖੋ ਟੀਚਿੰਗ ਏਡਸ ਦੇ ਬਾਰੇ ਅਸੀਂ ਡਿਟੇਲ ਦੇ ਵਿੱਚ ਇੱਕ ਪਹਿਲਾਂ ਕਲਾਸ ਦੇ ਵਿੱਚ ਕਰਵਾ ਚੁੱਕੇ ਹਾਂ। ਉਮੀਦ ਹੈ ਕਿ ਤੁਸੀਂ ਉਹ ਕਲਾਸ ਦੇਖ ਲਈ ਹੋਵੇਗੀ। ਤਾਂ ਉਸ ਤੋਂ ਬਿਨਾਂ ਕੁਝ ਚੀਜ਼ਾਂ ਅਜਿਹੀਆਂ ਨੇ ਜੋ ਕਿ ਇਸ ਸਬਜੈਕਟ ਦੇ ਵਿੱਚ ਸਪੈਸ਼ਲੀ ਯੂਜ਼ ਕੀਤੀਆਂ ਜਾਂਦੀਆਂ ਨੇ, ਜਿਵੇਂ ਕਿ ਗਲੋਬ ਹੋ ਸਕਦਾ ਹੈ, ਮੈਪਸ ਹੋ ਸਕਦਾ ਹੈ, ਡਾਇਗਰਾਮ ਹੋ ਸਕਦਾ ਹੈ। ਇਹ ਕੁਝ ਸਪੈਸ਼ਲ ਟੀਚਿੰਗ ਏਡਸ ਨੇ ਜੋ ਸਿਰਫ ਇਸ ਦੇ ਵਿੱਚ ਹੀ ਯੂਜ਼ ਹੋਣਗੇ, ਜਿਵੇਂ ਗਲੋਬ, ਮੈਪਸ ਹੋਏ, ਡਾਇਗਰਾਮਸ ਹੋਈਆਂ, ਮੋਡਲਸ ਹੋਏ। ਜਿਵੇਂ ਇਹ ਡਾਇਗਰਾਮ ਹੋਈ, ਦੇਖੋ ਇਹ ਅਸੀਂ ਨੇ ਵੀ ਇਹਦੇ ਵਿੱਚ ਚੂਜ਼ ਕੀਤੀ ਸੀ। ਤਾਂ ਇਸ ਤਰੀਕੇ ਨਾਲ ਇਸ ਦੇ ਵਿੱਚ ਮਤਲਬ ਕਨਸੈਪਟ ਵਾਲੇ ਮੈਪਸ ਆਉਣਗੇ, ਉਹ ਚੀਜ਼ ਵੀ ਆਪਾਂ ਅੱਗੇ ਡਿਸਕਸ ਕਰਾਂਗੇ। ਤਾਂ ਇਸ ਤੋਂ ਬਿਨਾਂ ਦੋਸਤੋ ਕਲਾਸਰੂਮ ਦੇ ਵਿੱਚ, ਠੀਕ ਹੈ, ਕਲਾਸਰੂਮ ਦਾ ਵਾਤਾਵਰਨ ਜਿਹੜਾ ਉਹ ਅਨੁਕੂਲ ਹੋਵੇ, ਸਾਰਾ ਸਮਾਨ ਹੋਵੇ, ਪਾਠ ਪੁਸਤਕਾਂ, ਫਰਨੀਚਰ, ਇਹ ਸਭ ਚੀਜ਼ਾਂ ਮੇਨ ਲੋੜਾਂ ਹੁੰਦੀਆਂ ਨੇ ਕਲਾਸਰੂਮ ਦੀਆਂ। ਇਸ ਤੋਂ ਬਿਨਾਂ ਟੀਚਿੰਗ ਮੈਥਡਸ ਆ ਗਏ। ਟੀਚਿੰਗ ਮੈਥਡਸ ਨਾਲ ਰਿਲੇਟਡ ਤੁਹਾਨੂੰ ਇੱਕ ਸਪੈਸ਼ਲ ਕਲਾਸ ਸੀ, ਉਹਦੇ ਵਿੱਚ ਆਪਾਂ 33 ਟੀਚਿੰਗ ਮੈਥਡ ਨੇ ਜੋ ਡਿਸਕਸ ਕਰ ਚੁੱਕੇ ਹਾਂ। ਦੁਬਾਰਾ ਡਿਸਕਸ ਕਰਨ ਦਾ ਕੋਈ ਫਾਇਦਾ ਨਹੀਂ, ਟਾਈਮ ਦੀ ਬਰਬਾਦੀ ਹੁੰਦੀ ਹੈ। ਉਮੀਦ ਹੈ ਕਿ ਤੁਹਾਡੇ ਵਿੱਚ ਬਹੁਤਿਆਂ ਨੇ ਉਹ ਦੇਖ ਲਈ ਹੋਵੇਗੀ। ਅਤੇ ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ ਕਿ ਟੀਚਿੰਗ ਦੇ ਦੌਰਾਨ ਟੀਚਰ ਕਿਹੜੀਆਂ ਟੈਕਨੀਕਸ ਹੈ ਜਿਹੜੀਆਂ ਉਹ ਯੂਜ਼ ਕਰ ਸਕਦਾ ਹੈ, ਤਾਂ ਇਸ ਦੇ ਵਿੱਚ ਹੋ ਸਕਦਾ ਵਿਵਰਨ ਕਰੇ ਉਹ, ਠੀਕ ਹੈ। ਉਸ ਤੋਂ ਬਿਨਾਂ ਦ੍ਰਿਸ਼ਟਾਂਤ ਪੇਸ਼ ਕਰੇ, ਵਰਣਨ ਕਰੇ, ਪ੍ਰਸ਼ਨ ਪੁੱਛਣਾ, ਸੌਂਪਣੀ ਯਾਨੀ ਕਿ ਅਸਾਈਨਮੈਂਟ, ਸੈਰ ਸਪਾਟਾ, ਕਹਾਣੀ ਸੁਣਾਉਣਾ, ਰੋਲ ਨਿਭਾਉਣਾ, ਇਹ ਸਭ ਚੀਜ਼ਾਂ ਨੂੰ ਟੀਚਰ ਹੈ ਜਿਹੜਾ ਉਹ ਯੂਜ਼ ਕਰ ਸਕਦਾ ਹੈ ਟੈਕਨੀਕ ਦੇ ਵਜੋਂ। ਇਸ ਤੋਂ ਬਿਨਾਂ ਹੋਰ ਕੁਝ ਚੀਜ਼ਾਂ ਨੇ ਜਿਵੇਂ ਕਿ ਪ੍ਰੋਗਰਾਮੀ ਸਿੱਖਿਆ ਹੋ ਗਈ, ਇਹ ਵੀ ਟੈਕਨੀਕ ਦੇ ਵਿੱਚ ਸ਼ਾਮਲ ਹੈ। ਇਸ ਦੇ ਵਿੱਚ ਕੀ ਹੁੰਦਾ ਕਿ ਬੱਚਾ ਜਿਹੜਾ ਉਹ ਆਪਣੇ ਆਪ ਕੁਝ ਕਰਕੇ ਫਿਰ ਸਿੱਖਦਾ ਹੈ, ਠੀਕ ਹੈ। ਸਵੈ ਸਿੱਖਣ ਵੀ ਅਸੀਂ ਇਸ ਨੂੰ ਆਖ ਸਕਦੇ ਹਾਂ। ਇਸ ਤੋਂ ਬਿਨਾਂ ਆਗਮਨ ਚਿੰਤਨ ਆ ਗਿਆ, ਇੰਡਕਟਿਵ ਥਿੰਕਿੰਗ ਆ ਗਈ। ਇਸ ਤੋਂ ਬਿਨਾਂ ਸੰਕਲਪ ਨਕਸ਼ ਯਾਨੀ ਕਿ ਕਨਸੈਪਟ ਮੈਪਿੰਗ ਆ ਗਿਆ। ਮਤਲਬ ਕਿ ਕਨਸੈਪਟ ਨੂੰ ਸਮਝਾਉਣ ਦੇ ਲਈ ਟੀਚਰ ਇੱਦਾਂ ਨਕਸ਼ਾ ਬਣਾ ਸਕਦਾ, ਜੇ ਮਾਈਂਡ ਮੈਪਿੰਗ ਕਿਤਾਬਾਂ ਦੇ ਵਿੱਚ ਆਪਾਂ ਦੇਖਦੇ ਹਾਂ, ਠੀਕ ਹੈ। ਉਹ ਚੀਜ਼ਾਂ ਨੂੰ ਇੱਦਾਂ ਅਲੱਗ-ਅਲੱਗ ਇਸ 'ਤੇ ਇੱਦਾਂ ਪਾਰਟ ਬਣਾ ਕੇ ਇੱਦਾਂ ਕੁਛ ਨਾ ਕੁਛ ਜਿਹੜਾ ਕਨਸੈਪਟ ਹੈ ਉਹ ਸਮਝਾਇਆ ਜਾ ਸਕਦਾ ਹੈ। ਪ੍ਰੋਬਲਮ ਸੋਲਵਿੰਗ ਆ ਗਈ। ਇਸ ਤੋਂ ਬਿਨਾਂ ਐਕਸਪਲੇਨੇਸ਼ਨ ਆ ਗਈ। ਦਿਮਾਗੀ ਤੂਫਾਨ ਯਾਨੀ ਕਿ ਬ੍ਰੇਨ ਸਟੋਰਮਿੰਗ ਇਸ ਦਾ ਹਿੱਸਾ ਹੋ ਸਕਦੀ ਹੈ। ਸੈਮੀਨਾਰ, ਨਾਟਕੀਕਰਨ, ਗੋਸ਼ਟੀ, ਭਾਸ਼ਣ ਵਿਧੀ, ਠੀਕ ਹੈ ਜੀ, ਵਾਦ ਵਿਵਾਦ ਵਿਧੀ, ਪਾਠ ਪੁਸਤਕ ਵਿਧੀ, ਪ੍ਰੋਜੈਕਟ ਵਿਧੀ ਅਤੇ ਸਰੋਤ ਵਿਧੀ ਨੂੰ ਆਪਾਂ ਅੱਗੇ ਡਿਟੇਲ ਦੇ ਵਿੱਚ ਵੀ ਡਿਸਕਸ ਕਰਾਂਗੇ। ਇੰਪੋਰਟੈਂਟ ਚੀਜ਼ ਇਹ। ਇਸ ਤੋਂ ਬਿਨਾਂ ਸਮਾਜਿਕ ਰਿਤ, ਪਾਠ ਉਚਾਰਨ ਵਿਧੀ, ਪ੍ਰੋਗਰਾਮ ਸਿੱਖਣ, ਇਹ ਸਭ ਚੀਜ਼ਾਂ ਜਿਹੜੀਆਂ ਟੀਚਰ ਟੈਕਨੀਕ ਦੇ ਵਜੋਂ ਅਪਣਾ ਸਕਦਾ ਹੈ। ਹੁਣ ਅਸੀਂ ਇਹ ਡਿਸਕਸ ਕਰਦੇ ਹਾਂ ਕਿ ਜਿਹੜੀਆਂ ਮਤਲਬ ਪ੍ਰੋਬਲਮਸ ਕੀ ਨੇ ਜੋ ਟੀਚਰ ਨੂੰ ਕਲਾਸ ਦੇ ਵਿੱਚ ਆਉਂਦੀਆਂ ਨੇ, ਠੀਕ ਹੈ, ਜਾਂ ਕਹਿ ਲਓ ਵੀ ਬੱਚਾ ਜਿਹੜਾ ਸਿੱਖਣ ਹੈ ਜਿਹੜਾ ਇੱਕ ਪ੍ਰੋਸੈਸ ਹੈ ਉਸ ਦੇ ਵਿੱਚ ਕੀ ਸਮੱਸਿਆਵਾਂ ਆਉਂਦੀਆਂ ਨੇ।
ਨੰਬਰ 1 ਤਾਂ ਅਧਿਆਪਕਾਂ ਦੀ ਕਮੀ ਹੁੰਦੀ ਹੈ ਨਾ, ਵੀ ਉੱਥੇ ਸਿੱਖਣ ਵਧੀਆ ਹੋ ਹੀ ਨਹੀਂ ਸਕੇਗਾ ਜਿੱਥੇ ਅਧਿਆਪਕਾਂ ਦੀ ਕਮੀ ਹੋਏਗੀ। ਸਿਖਲਾਈ ਦੀ ਘਾਟ ਹੋ ਸਕਦੀ ਹੈ, ਪ੍ਰੋਤਸਾਹਨ ਦੀ ਕਮੀ ਹੋ ਸਕਦੀ ਹੈ, ਅਧਿਆਪਕ ਦਾ ਆਲਸੀਪਣ ਹੋ ਸਕਦਾ। ਇਹ ਸਭ ਨੇ ਜਿਹੜੀਆਂ ਪ੍ਰੋਬਲਮਸ ਹੋਣਗੀਆਂ। ਨੈਕਸਟ ਆਪਾਂ ਡਿਸਕਸ ਕਰਦੇ ਹਾਂ ਕਿ ਇੱਕ ਸਮਾਜਿਕ ਸਿੱਖਿਆ ਅਧਿਆਪਕ ਦੇ ਕਿਹੜੇ ਗੁਣ ਹੋਣੇ ਚਾਹੀਦੇ ਨੇ। ਵਚਨਬੱਧਤਾ ਹੋਵੇ, ਸਾਧਨ ਸੰਪੰਨਤਾ ਯਾਨੀ ਕਿ ਰਿਸੋਰਸਮੈਂਟ ਨੇ, ਰਿਸੋਰਸ ਨੇ ਜਿਹੜੇ ਉਹ ਮਤਲਬ ਰਿਸੋਰਸਫੁੱਲ। ਇਸ ਦਾ ਇੱਕ ਮੀਨਿੰਗ ਵੀ ਪੁੱਛਿਆ ਗਿਆ ਸੀ ਕੁਐਸਚਨ ਦੇ ਵਿੱਚ ਕਿ ਇਸ ਦਾ ਕੀ ਮੀਨਿੰਗ ਹੈ। ਇਸ ਦਾ ਮੀਨਿੰਗ ਹੈ ਕਿ ਜਿਹੜਾ ਟੀਚਰ ਉਹ ਆਪਣੇ ਸਬਜੈਕਟ ਦੇ ਉੱਤੇ ਉਸਦੀ ਪੂਰੀ ਪਕੜ ਹੈ, ਠੀਕ ਹੈ, ਉਹ ਹਰ ਇੱਕ ਟੌਪਿਕ ਨੂੰ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਸਕਦਾ ਹੈ। ਉਸ ਨੂੰ ਪਤਾ ਹੈ ਕਿ ਕਿਹੜੇ ਟੀਚਿੰਗ ਮੈਥਡਸ ਉਹਨੇ ਯੂਜ਼ ਕਰਨੇ ਨੇ, ਕਿਹੜੀ ਟੀਚਿੰਗ ਏਡ ਨੂੰ ਕਿਵੇਂ ਯੂਜ਼ ਕਰਨਾ। ਇਹ ਸਭ ਚੀਜ਼ਾਂ ਨੇ ਜਿਹੜੀਆਂ ਉਹ ਸਾਧਨ ਸੰਪੰਨਤਾ ਦੇ ਵਿੱਚ ਆਉਂਦੀਆਂ ਨੇ, ਠੀਕ ਹੈ ਜੀ। ਇਸ ਤੋਂ ਬਿਨਾਂ ਆਪਾਂ ਗੱਲ ਕਰੀਏ ਰੁਚੀ ਹੋਵੇ, ਠੀਕ ਹੈ, ਸਮਝ ਹੋਵੇ, ਯੋਗਤਾ ਪੂਰੀ ਹੋਵੇ। ਇਹਦਾ ਮੀਨਿੰਗ ਇਹ ਹੈ, ਇਹਦੇ 'ਤੇ ਕੁਐਸਚਨ ਵੀ ਪਹਿਲਾਂ ਬਣਿਆ ਸੀ ਕਿ ਇੱਕ ਬੇਸਿਕ ਯੋਗਤਾ ਕੀ ਹੋਏਗੀ ਟੀਚਰ ਦੀ। ਦੇਖੋ ਜੀ B.Ed ਹੈ ਨਾ, ਕਿਉਂਕਿ ਸਮਾਜਿਕ ਸਿੱਖਿਆ ਵਿਸ਼ਾ ਜਿਹੜਾ ਉਹ 6ਵੀਂ ਤੋਂ ਸ਼ੁਰੂ ਹੁੰਦਾ ਹੈ, ਤਾਂ 6ਵੀਂ ਦੇ ਲਈ ਇੱਕ B.Ed ਵਾਲਾ ਟੀਚਰ B.Ed ਅਤੇ ਉਸ ਤੋਂ ਬਾਅਦ ਟੈਟ ਪਾਸ ਹੋਵੇ, ਠੀਕ ਹੈ, PS ਟੈਟ। ਅਤੇ ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ B.Ed ਤਾਂ ਹੀ ਹੋਏਗੀ ਜੇ ਗ੍ਰੈਜੂਏਸ਼ਨ ਹੋਏਗੀ। ਤਾਂ ਇਸ ਤਰ੍ਹਾਂ ਗ੍ਰੈਜੂਏਸ਼ਨ B.Ed PS ਟੈਟ ਇਹ ਲਾਜ਼ਮੀ ਯੋਗਤਾਵਾਂ ਹੋ ਗਈਆਂ। ਇਸ ਤੋਂ ਬਿਨਾਂ ਇਹ ਤਾਂ ਲਾਜ਼ਮੀ ਨੇ, ਇਸ ਤੋਂ ਬਿਨਾਂ ਕੋਈ MA ਕਰਨਾ ਚਾਹੇ ਉਹ ਕਰ ਸਕਦਾ ਹੈ, ਪਰ ਉਹ ਜ਼ਰੂਰੀ ਨਹੀਂ, ਠੀਕ ਹੈ। ਹੋਏਗੀ ਤਾਂ ਵਧੀਆ ਗੱਲ ਹੈ, ਅਦਰਵਾਈਜ਼ ਉਹ ਲਾਜ਼ਮੀ ਦੇ ਵਿੱਚ ਨਹੀਂ ਆਉਂਦੀ। ਲਗਾਅ ਹੋਵੇ ਉਸਨੂੰ ਸੈਮੀਨਾਰ, ਗੋਸ਼ਟੀਆਂ, ਤੂਫਾਨੀ, ਠੀਕ ਹੈ, ਦਿਮਾਗੀ ਤੂਫਾਨੀ ਦੇ ਵਿੱਚ ਰੁਚੀ ਹੋਵੇ। ਇਹ ਨਾ ਹੋਵੇ ਉਹ ਮਤਲਬ ਕੰਨੀ ਕਤਰਾਉਂਦਾ ਹੋਵੇ ਇਹਨਾਂ ਚੀਜ਼ਾਂ ਤੋਂ। ਤਾਂ ਇਹਨਾਂ ਚੀਜ਼ਾਂ ਦੇ ਵਿੱਚ ਰੁਚੀ ਹੋਵੇ ਟੀਚਰ ਨੂੰ। ਇਹ ਸਭ ਗੁਣ ਟੀਚਰ ਦੇ ਵਿੱਚ ਹੋਣੇ ਚਾਹੀਦੇ ਨੇ। ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ ਕਿ ਟੀਚਰ ਕਿਹੜੀਆਂ ਯੋਗਤਾ ਨੇ ਜਿਹੜੀਆਂ ਉਹ ਵਰਤ ਸਕਦਾ ਹੈ, ਜਾਂ ਕਹਿ ਲਓ ਅਧਿਆਪਨ ਜਿਹੜਾ ਅੱਗੇ ਉਹਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਨੰਬਰ 1 ਰਸਮੀ ਯਾਨੀ ਕਿ ਫਾਰਮਲ, ਠੀਕ ਹੈ, ਇੱਕ ਹੈ ਜੜ ਯੁਕਤ ਯਾਨੀ ਕਿ ਫਿਕਸਿੰਗ, ਇੱਕ ਹੈ ਜੀ ਨੋਨ ਫਾਰਮਲ ਯਾਨੀ ਕਿ ਗੈਰ ਰਸਮੀ। ਤਾਂ ਜਿਹੜਾ ਰਸਮੀ ਇਹਦੇ ਵਿੱਚ ਨਾਟਕੀਕਰਨ ਆ ਗਿਆ, ਵਿਆਖਿਆ ਆ ਗਈ, ਪ੍ਰਸ਼ਨ ਉੱਤਰ ਆ ਗਏ। ਇਹ ਸਭ ਚੀਜ਼ਾਂ ਨੇ ਜਿਹੜੀਆਂ ਇਸ ਦੇ ਵਿੱਚ ਸ਼ਾਮਲ ਨੇ, ਜੋ ਕਲਾਸਰੂਮ ਦੇ ਵਿੱਚ ਹੁੰਦੀਆਂ ਨੇ, ਠੀਕ ਹੈ, ਮਤਲਬ ਕਲਾਸਰੂਮ ਤੱਕ ਹੀ ਸੀਮਿਤ ਨੇ। ਇਸ ਤੋਂ ਬਿਨਾਂ ਫਿਕਸਿੰਗ ਦੇ ਵਿੱਚ ਕੀ ਆ ਗਿਆ, ਘਰ ਦਾ ਕੰਮ ਜੋ ਦੱਸਿਆ ਹੀ ਜਾ ਰਿਹਾ, ਹਰ ਇੱਕ ਟੀਚਰ ਦੱਸਦਾ ਹੀ ਹੈ ਨਾ, ਮੁਲਾਂਕਣ, ਦੁਹਰਾਈ, ਪੱਕਾ ਕਰਨਾ, ਕਿਸੇ ਚੀਜ਼ ਨੂੰ ਵਾਰ ਪੜ੍ਹਾ ਕੇ ਉਸ ਨੂੰ ਪੱਕਾ ਕਰਾਇਆ ਜਾ ਰਿਹਾ ਹੈ। ਤਾਂ ਇਹ ਚੀਜ਼ਾਂ ਫਿਕਸਿੰਗ ਦੇ ਵਿੱਚ ਆਉਂਦੀਆਂ ਨੇ। ਇਸ ਤੋਂ ਬਿਨਾਂ ਜਿਹੜੀ ਗੈਰ ਰਸਮੀ ਅਧਿਆਪਨ ਹੈ ਯਾਨੀ ਕਿ ਨੋਨ ਫਾਰਮਲ ਟੀਚਿੰਗ ਹੈ, ਇਸ ਦੇ ਵਿੱਚ ਉਹ ਚੀਜ਼ਾਂ ਆਉਣੀਆਂ ਨੇ ਕਲਾਸਰੂਮ ਤੋਂ ਬਾਹਰ ਦੀਆਂ ਐਕਟੀਵਿਟੀਜ਼ ਨੇ, ਜਿਵੇਂ ਪ੍ਰਦਰਸ਼ਨੀਆਂ ਹੋ ਸਕਦੀਆਂ ਨੇ, ਸੈਰ ਸਪਾਟਾ ਹੋ ਸਕਦਾ ਹੈ। ਤਾਂ ਇਹ ਸਭ ਚੀਜ਼ਾਂ ਨੇ ਜਿਹੜੀਆਂ ਇਹ ਅਧਿਆਪਨ ਯੋਗਤਾ ਦੇ ਵਿੱਚ ਸ਼ਾਮਲ ਹੋਣਗੀਆਂ। ਇਸ ਤੋਂ ਬਾਅਦ ਦੋਸਤੋ ਆਪਾਂ ਨੇ ਡਿਸਕਸ ਕਰਨਾ ਹੈ ਸੋਰਸ। ਤਾਂ ਦੇਖੋ ਆਪਾਂ ਸੋਰਸ ਮੈਥਡ ਪੜ੍ਹਿਆ ਸੀ ਇੱਕ, ਠੀਕ ਹੈ, ਉਸ ਦੇ ਵਿੱਚ। ਤਾਂ ਉਹਨੂੰ ਆਪਾਂ ਹੁਣ ਡਿਟੇਲ ਦੇ ਵਿੱਚ ਸਮਝਦੇ ਹਾਂ ਵੀ ਸਰੋਤ ਕਿਹੜੇ ਹੁੰਦੇ ਨੇ। ਪਹਿਲਾਂ ਤਾਂ ਆਪਾਂ ਇਹਦੀ ਡੈਫੀਨੇਸ਼ਨ ਜਾਣਾਂਗੇ। ਅਜਿਹੀ ਵਿਧੀ ਜਿਸ ਵਿੱਚ ਅਧਿਆਪਕ ਸਰੋਤਾਂ ਦੀ ਸਹਾਇਤਾ ਨਾਲ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਦਾ ਹੈ, ਉਸ ਨੂੰ ਅਸੀਂ ਸਰੋਤ ਵਿਧੀ ਆਖਦੇ ਹਾਂ, ਠੀਕ ਹੈ। ਤਾਂ ਇਸ ਦੀਆਂ ਅੱਗੇ 2 ਟਾਈਪਸ ਨੇ। ਨੰਬਰ 1 ਪ੍ਰਾਇਮਰੀ ਸਰੋਤ, ਨੰਬਰ 2 ਸੈਕੰਡਰੀ ਸਰੋਤ। ਪ੍ਰਾਇਮਰੀ ਸਰੋਤ ਕਿਹੜੇ ਹੁੰਦੇ ਨੇ, ਇਹ ਜਾਣਕਾਰੀ ਦਾ ਮੂਲ ਸੋਮਾ ਹੁੰਦੇ ਨੇ। ਜਿਵੇਂ ਕਿ ਇਸ ਦੀਆਂ ਉਦਾਹਰਨਾਂ ਹੋ ਸਕਦੇ ਨੇ, ਜਿਵੇਂ ਪਦਾਰਥ ਸਰੋਤ, ਜਿਵੇਂ ਕਿ ਸਮਾਜਿਕ ਧਾਰਮਿਕ ਸਥਾਨ ਹੋਏ, ਖੰਡਰ ਹੋਏ, ਬੁੱਤ ਹੋਏ, ਸੰਦ, ਕੱਪੜੇ, ਸਮਾਰਕ, ਸ਼ਿਲਾਲੇਖ, ਸਿੱਕੇ, ਧਾਰਮਿਕ ਗ੍ਰੰਥ। ਇਹ ਸਭ ਚੀਜ਼ਾਂ ਜਿਹੜੀਆਂ ਸਰੋਤ ਦੇ ਵਿੱਚ ਸ਼ਾਮਲ ਨੇ, ਪਦਾਰਥ ਸਰੋਤ ਨੇ, ਇਹ ਪ੍ਰਾਇਮਰੀ ਸਰੋਤ ਨੇ। ਇਸ ਤੋਂ ਬਿਨਾਂ ਦੋਸਤੋ ਜੇਕਰ ਗੱਲ ਕਰੀਏ ਲਿਖਤੀ ਰੂਪ ਵਿੱਚ ਪ੍ਰਾਇਮਰੀ ਸਰੋਤ ਕਿਹੜੇ ਹੋ ਸਕਦੇ ਨੇ, ਅਖਬਾਰ ਹੋ ਸਕਦੇ ਨੇ, ਰਸਾਲੇ ਹੋ ਸਕਦੇ ਨੇ, ਹਵਾਲੇ, ਕਿਤਾਬਾਂ, ਪੁਰਾਣੇ ਰਿਕਾਰਡ, ਡਾਇਰੀ, ਪੱਤਰ, ਹੱਥ ਲਿਖਤਾਂ। ਇਹ ਸਭ ਲਿਖਤੀ ਪ੍ਰਾਇਮਰੀ ਸਰੋਤ ਦੇ ਵਿੱਚ ਆਉਣਗੀਆਂ। ਇਸ ਤੋਂ ਬਿਨਾਂ ਜ਼ਬਾਨੀ ਪ੍ਰਾਇਮਰੀ ਸਰੋਤ ਕਿਹੜੇ ਹੋ ਸਕਦੇ ਨੇ, ਕੋਈ ਗੀਤ, ਕਿੱਸੇ, ਲੋਕ ਗੀਤ, ਰਸਮਾਂ ਰਿਵਾਜ, ਪਰੰਪਰਾਵਾਂ, ਕਥਾਵਾਂ। ਇਹ ਸਭ ਚੀਜ਼ਾਂ ਨੇ ਜਿਹੜੀਆਂ ਦੋਸਤੋ ਇਹ ਪ੍ਰਾਇਮਰੀ ਦੇ ਵਿੱਚ ਸ਼ਾਮਲ ਹੋਣਗੀਆਂ। ਇਸ ਤੋਂ ਬਿਨਾਂ ਆਪਾਂ ਗੱਲ ਕਰਦੇ ਹਾਂ ਕਿ ਸੈਕੰਡਰੀ ਸਰੋਤ। ਸੈਕੰਡਰੀ ਸਰੋਤ ਉਹ ਹੁੰਦੇ ਨੇ ਕਿ ਉਹ ਮੂਲ ਸਰੋਤ ਨਹੀਂ ਹੈਗੇ ਜਾਣਕਾਰੀ ਦਾ, ਪਰ ਉਹਨਾਂ ਦੀ ਜਿਹੜੀ ਜਾਣਕਾਰੀ ਉਹ ਮੂਲ ਸਰੋਤ ਤੋਂ ਹੀ ਲਈ ਗਈ ਹੈ, ਮਤਲਬ ਕਿ ਪ੍ਰਾਇਮਰੀ ਸਰੋਤ ਤੋਂ ਹੀ ਲਈ ਗਈ ਹੈ। ਤਾਂ ਇਸ ਵਿੱਚ ਕੀ ਕੁਝ ਸ਼ਾਮਲ ਹੋ ਸਕਦਾ ਦੋਸਤੋ, ਜਿਵੇਂ ਭੂਗੋਲ ਨਾਲ ਸੰਬੰਧਿਤ ਪਹਾੜ, ਨਦੀਆਂ, ਨਹਿਰਾਂ, ਰੇਗਿਸਤਾਨ, ਚਿੜੀਆ ਘਰ, ਖੇਤ, ਗਲੇਸ਼ੀਅਰ। ਇਹ ਸਭ ਚੀਜ਼ਾਂ ਜਿਹੜੀਆਂ ਦੋਸਤੋ ਇਹ ਭੂਗੋਲਿਕ ਵਾਲੀ ਕਿਸਮ ਦੇ ਵਿੱਚ ਡਿਸਕਸ ਹੋਣਗੀਆਂ। ਇਸ ਤੋਂ ਬਿਨਾਂ ਆਰਥਿਕ ਸਰੋਤ ਕਿਹੜੇ ਹੋ ਸਕਦੇ ਨੇ, ਬੈਂਕ ਹੋ ਸਕਦਾ, ਬੀਮਾ ਕੰਪਨੀਆਂ, ਮਿੱਲ, ਕਾਰਖਾਨੇ, ਸਹਿਕਾਰੀ ਸੰਸਥਾਵਾਂ। ਇਹ ਸਭ ਚੀਜ਼ਾਂ ਆਰਥਿਕ ਸਰੋਤ ਦੇ ਵਿੱਚ ਸ਼ਾਮਲ ਹੋ ਸਕਦੀਆਂ ਨੇ। ਇਸ ਤੋਂ ਬਿਨਾਂ ਧਾਰਮਿਕ ਸਰੋਤ ਦੇ ਵਿੱਚ ਮੰਦਰ, ਗੁਰਦੁਆਰੇ, ਮੇਲੇ, ਤਿਉਹਾਰ, ਇਹ ਸਭ ਚੀਜ਼ਾਂ ਸ਼ਾਮਲ ਹੋਣਗੀਆਂ, ਠੀਕ ਹੈ। ਇਸ ਤੋਂ ਬਿਨਾਂ ਵਿਗਿਆਨਿਕ ਦੇ ਵਿੱਚ ਕੀ ਆ ਜਾਊਗਾ, ਪ੍ਰਦਰਸ਼ਨੀ ਆ ਜਾਊਗੀ, ਵਿਗਿਆਨ ਮੇਲੇ ਆ ਜਾਣਗੇ, ਪ੍ਰਯੋਗਸ਼ਾਲਾਵਾਂ ਆ ਜਾਣਗੀਆਂ। ਇਹ ਸਭ ਚੀਜ਼ਾਂ ਜਿਹੜੀਆਂ ਵਿਗਿਆਨਿਕ ਸਰੋਤ ਦੇ ਵਿੱਚ ਸ਼ਾਮਲ ਹੋਣਗੀਆਂ। ਤਾਂ ਇਸ ਤਰੀਕੇ ਨਾਲ ਅਸੀਂ ਇਹਨਾਂ ਦਾ ਜਿਹੜਾ ਡਿਫਰੈਂਸ ਹੈ ਉਹ ਕਲੀਅਰ ਕਰ ਲਿਆ। ਇਹ ਸਭ ਨੇ ਦੋਸਤੋ ਇਹ ਪ੍ਰਾਇਮਰੀ ਸਰੋਤ ਨੇ, ਇਹ ਸਭ ਸੈਕੰਡਰੀ ਸਰੋਤ ਹੋਣਗੇ।
ਇਸ ਤਰੀਕੇ ਨਾਲ ਆਪਾਂ ਨੇ ਇਹ ਡਿਸਕਸ਼ਨ ਕੰਪਲੀਟ ਕਰ ਲਈ ਹੈ। ਇਸ ਤੋਂ ਬਾਅਦ ਅਸੀਂ ਸਮਝਦੇ ਹਾਂ ਜੀ ਪ੍ਰੋਜੈਕਟ ਵਿਧੀ। ਤਾਂ ਪ੍ਰੋਜੈਕਟ ਵਰਕ ਦੇ ਦੌਰਾਨ ਟੀਚਰ ਕੀ ਕਰਦਾ ਹੈ, ਉਹ ਉਹਨਾਂ ਨੂੰ ਕੋਈ ਟਾਰਗੇਟ ਦੇ ਦਿੰਦਾ ਵੀ ਇਹਨੂੰ ਕੰਪਲੀਟ ਕਰੋ, ਬੱਚੇ ਉਸ ਦੇ ਵਿੱਚ ਸ਼ਾਮਲ ਹੋ ਕੇ ਕੰਪਲੀਟ ਕਰਦੇ ਨੇ। ਆਪਾਂ ਇੱਕ ਪ੍ਰਸ਼ਨ ਦੇ ਵਿੱਚ ਵੀ ਪੜ੍ਹਾਂਗੇ ਇਹਦੇ ਨਾਲ ਰਿਲੇਟਡ। ਪਹਿਲਾਂ ਆਪਾਂ ਇਹਦੀ ਡੈਫੀਨੇਸ਼ਨ ਨੂੰ ਸਮਝਦੇ। ਦੇਖੋ ਜੀ, ਜੌਨ ਡੀਵੀ ਸੀ, ਜਿਹੜਾ ਜੌਨ ਡੀਵੀ ਸੀ ਇਹ ਚਾਈਲਡ ਸੈਂਟਰਡ ਐਜੂਕੇਸ਼ਨ ਦੀ ਗੱਲ ਕਰਦਾ ਸੀ, ਬਾਲ ਕੇਂਦਰਿਤ ਸਿੱਖਿਆ ਦੀ ਗੱਲ ਕਰਦਾ ਸੀ। ਬਾਲ ਕੇਂਦਰਿਤ ਸਿੱਖਿਆ ਦਾ ਮਤਲਬ ਇਹ ਸੀ ਕਿ ਅਧਿਆਪਕ ਉਹ ਸਭ ਕੰਮ ਕਰੇਗਾ ਜੋ ਬੱਚੇ ਦੇ ਫੇਵਰ 'ਚ ਨੇ, ਮਤਲਬ ਕਿ ਬੱਚੇ ਦੇ ਲਈ ਸਹੀ ਨੇ, ਉਹ ਮੈਥਡ ਅਪਣਾਏਗਾ, ਉਹ ਟੀਚਿੰਗ ਏਡਸ ਅਪਣਾਏਗਾ ਜੋ ਬੱਚੇ ਦੇ ਲਈ ਸਹੀ ਨੇ। ਠੀਕ ਹੈ, ਤਾਂ ਇਸ ਨੂੰ ਅਸੀਂ ਬਾਲ ਕੇਂਦਰਿਤ ਸਿੱਖਿਆ ਆਖਦੇ ਹਾਂ। ਤਾਂ ਇਸ ਦੀ ਹਮਾਇਤ ਕੀਤੀ ਸੀ ਜੌਨ ਡੀਵੀ ਨੇ। ਠੀਕ ਹੈ ਜੀ, ਤਾਂ ਜੌਨ ਡੀਵੀ ਦੇ ਸਿੱਖਿਆ ਸ਼ਾਸਤਰ ਦੇ ਪ੍ਰਭਾਵ ਅਧੀਨ ਵਿਲੀਅਮ ਕਿਲਪੈਟਰਿਕ, ਤਾਂ ਕਿਲਪੈਟਰਿਕ ਨੇ ਪੜ੍ਹਾਉਣ ਦੀ ਵਿਧੀ ਦਿੱਤੀ ਜਿਸ ਨੂੰ ਪ੍ਰੋਜੈਕਟ ਵਿਧੀ ਕਿਹਾ ਗਿਆ। ਤਾਂ ਇੱਥੇ ਦੇਖੋ ਪ੍ਰਸ਼ਨ ਬਣ ਸਕਦਾ ਹੈ ਕਿ ਜਿਹੜੀ ਪ੍ਰੋਜੈਕਟ ਵਿਧੀ ਸੀ ਉਹ ਕਿਸ ਨੇ ਦਿੱਤੀ ਸੀ, ਕਿਲਪੈਟਰਿਕ ਨੇ ਦਿੱਤੀ ਸੀ। ਠੀਕ ਹੈ, ਤਾਂ ਕਿਲਪੈਟਰਿਕ ਇਸ ਦੀ ਇੱਕ ਪਰਿਭਾਸ਼ਾ ਦਿੰਦਾ ਹੈ। ਕਿਲਪੈਟਰਿਕ ਕੀ ਆਖਦਾ ਹੈ, ਸਮਾਜਿਕ ਵਾਤਾਵਰਨ ਵਿੱਚ ਪੂਰੇ ਮਨ ਨਾਲ ਕੀਤੀ ਜਾਣ ਵਾਲੀ ਉਦੇਸ਼ਪੂਰਨ ਕਿਰਿਆ, ਉਸ ਨੂੰ ਇਹ ਕੀ ਆਖਦਾ, ਪ੍ਰੋਜੈਕਟ ਆਖਦਾ ਹੈ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਇਹ ਕਿਲਪੈਟਰਿਕ ਦੇ ਅਕੋਰਡਿੰਗ ਡੈਫੀਨੇਸ਼ਨ ਹੈ। ਇਸ ਤੋਂ ਬਿਨਾਂ ਜੇਕਰ ਆਪਾਂ ਨੇ ਪ੍ਰੋਜੈਕਟ ਦੀ ਡੈਫੀਨੇਸ਼ਨ ਜੌਨ ਡੀਵੀ ਦੇ ਅਕੋਰਡਿੰਗ ਦੇਖਣੀ ਹੋਵੇ ਤਾਂ ਉਹ ਇਹ ਹੋਏਗੀ, ਪ੍ਰੋਜੈਕਟ ਕੁਦਰਤੀ ਵਾਤਾਵਰਨ ਵਿੱਚ ਸਹਿਕਾਰੀ ਕੰਮ ਦੀ ਯੋਜਨਾ ਦੀ ਰੂਪ ਰੇਖਾ ਹੈ। ਇਹ ਜੌਨ ਡੀਵੀ ਦੇ ਅਕੋਰਡਿੰਗ ਡੈਫੀਨੇਸ਼ਨ ਹੈ। ਦੋਨੇ ਡੈਫੀਨੇਸ਼ਨ ਨੂੰ ਤੁਸੀਂ ਧਿਆਨ ਦੇ 'ਚ ਰੱਖਿਓ, ਇਹਨਾਂ ਨੂੰ ਨੋਟ ਕਰ ਲਿਓ, ਯਾਦ ਕਰ ਲਿਓ। ਇਸ ਤੋਂ ਬਾਅਦ ਦੋਸਤੋ ਅਸੀਂ ਸਮਝਦੇ ਹਾਂ ਕਿ ਇਸ ਦੀਆਂ ਉਦਾਹਰਨਾਂ ਕੀ ਹੋ ਸਕਦੀਆਂ ਨੇ ਪ੍ਰੋਜੈਕਟ ਵਿਧੀ ਦੀਆਂ। ਤਾਂ ਇਸ ਦੇ ਵਿੱਚ ਨੰਬਰ 1 ਉਦਾਹਰਨ ਇਹ ਹੋ ਸਕਦੀ ਹੈ ਕਿ ਸਮੁਦਾਇ ਦੇ ਸਮਾਜਿਕ ਪੱਖ ਦਾ ਅਧਿਐਨ, ਮਤਲਬ ਕੋਈ ਕਮਿਊਨਿਟੀ ਹੈ, ਉਸ ਦੀ ਕੋਈ ਸਮੱਸਿਆ ਹੈ ਨਾ, ਉਸ ਦੇ ਵਿੱਚ ਅਲੱਗ-ਅਲੱਗ ਪੱਖ ਨੇ, ਉਹਨਾਂ ਦਾ ਅਧਿਐਨ ਕਰਨਾ। ਇਸ ਵਿਸ਼ੇ ਦੇ ਉੱਤੇ ਵੀ ਕੀ ਕਰ ਸਕਦੇ ਆਪਾਂ ਕਿ ਇੱਕ ਪ੍ਰੋਜੈਕਟ ਦਿੱਤਾ ਜਾ ਸਕਦਾ ਹੈ। ਇਸ ਤੋਂ ਬਿਨਾਂ ਸੈਰ ਸਪਾਟੇ ਦਾ ਕੋਈ ਆਯੋਜਨ ਕਰਨਾ ਹੈ ਨਾ, ਵੀ ਕੀ ਪਲੈਨਿੰਗ ਹੋਏਗੀ, ਇਹਦੇ ਉੱਤੇ ਪ੍ਰੋਜੈਕਟ ਬਣਾਇਆ ਜਾ ਸਕਦਾ ਹੈ। ਸਕ੍ਰੈਪ ਬੁੱਕ ਵੀ ਇੱਕ ਪ੍ਰੋਜੈਕਟ ਹੀ ਹੈ। ਇਸ ਤੋਂ ਬਿਨਾਂ ਗਰੀਬੀ, ਬੇਰੁਜ਼ਗਾਰੀ ਆਦਿ ਸਮਾਜਿਕ ਜਿਹੜੀਆਂ ਬੁਰਾਈਆਂ ਨੇ ਇਹਨਾਂ ਦੇ ਉੱਤੇ ਕੋਈ ਡਰਾਮਾ ਕਰਨਾ, ਇਹਨਾਂ ਦੇ ਉੱਤੇ ਕੋਈ ਮਤਲਬ ਪ੍ਰੋਜੈਕਟ ਤਿਆਰ ਕਰਨਾ, ਇਹ ਸਭ ਚੀਜ਼ਾਂ ਵੀ ਇਸ ਦੇ ਵਿੱਚ ਪ੍ਰੋਜੈਕਟ ਵਿਧੀ ਵਿੱਚ ਸ਼ਾਮਲ ਹੋਣਗੀਆਂ। ਇਸ ਤੋਂ ਬਿਨਾਂ ਸਮਾਜਿਕ ਅਧਿਐਨ ਦਾ ਮਿਊਜ਼ੀਅਮ ਮਾਡਲ ਤਿਆਰ ਕਰਨਾ, ਇਹ ਸਭ ਚੀਜ਼ਾਂ ਜਿਹੜੀਆਂ ਦੋਸਤੋ ਇਹ ਪ੍ਰੋਜੈਕਟ ਦੇ ਵਿੱਚ ਸ਼ਾਮਲ ਹੋਣਗੀਆਂ। ਇਸ ਤੋਂ ਬਿਨਾਂ ਆਪਾਂ ਸਮਝਦੇ ਹਾਂ ਕਿ ਪ੍ਰੋਜੈਕਟ ਵਿਧੀ ਦੇ ਕੁਝ ਸਿਧਾਂਤ ਹੁੰਦੇ ਨੇ। ਠੀਕ ਹੈ, ਜਿਹੜੀ ਇੱਕ ਸਹੀ ਪ੍ਰੋਜੈਕਟ ਵਿਧੀ ਆਪਾਂ ਫਿਰ ਹੀ ਕਹਾਂਗੇ ਜੇ ਇਹ ਸਾਰੇ ਉਦੇਸ਼ਾਂ ਨੂੰ ਪੂਰਾ ਕਰੇਗੀ, ਇਹਨਾਂ ਸਿਧਾਂਤਾਂ ਦੇ ਉੱਤੇ ਖਰੀ ਉਤਰੇਗੀ। ਇਹਦੇ ਵਿੱਚ ਨੰਬਰ 1 ਹੋ ਸਕਦਾ ਦੋਸਤੋ ਉਦੇਸ਼, ਯਾਨੀ ਕਿ ਪਰਪਜ਼। ਇਸ ਤੋਂ ਬਾਅਦ ਹੈ ਕਿਰਿਆਸ਼ੀਲਤਾ, ਮਤਲਬ ਇਹਦੇ 'ਚ ਕਿਰਿਆਸ਼ੀਲਤਾ ਹੋਵੇ, ਬੱਚੇ ਐਕਟਿਵ ਹੋਣ। ਠੀਕ ਹੈ ਜੀ, ਇਸ ਤੋਂ ਬਿਨਾਂ ਅਸਲੀਅਤ, ਰੀਅਲਟੀ ਹੋਵੇ ਇਹਦੇ 'ਚ। ਠੀਕ ਹੈ, ਇਸ ਤੋਂ ਬਿਨਾਂ ਸੁਤੰਤਰਤਾ ਹੋਵੇ, ਇਹ ਨਾ ਹੋਵੇ ਬੱਚਿਆਂ ਨਾਲ ਤਾਂ ਪ੍ਰੋਜੈਕਟ ਦੇਤਾ ਵੀ ਨਾਲ ਟੀਚਰ ਐਂ ਕਹਿ ਰਹੇ ਵੀ ਇਹ ਨਾ ਕਰੋ, ਇਹ ਨਾ ਕਰੋ, ਮਤਲਬ ਬੱਚਿਆਂ ਨੂੰ ਪੂਰੀ ਖੁੱਲ੍ਹ ਹੋਵੇ ਵੀ ਤੁਸੀਂ ਜਿਵੇਂ ਆਪਦੇ ਅਕੋਰਡਿੰਗ, ਆਪਣੀ ਥਿੰਕਿੰਗ ਦੇ ਅਕੋਰਡਿੰਗ ਕੁਛ ਨਵਾਂ ਕ੍ਰੀਏਟ ਕਰੋ, ਇਹ ਚੀਜ਼ ਦੀ ਫਰੀਡਮ ਇਹਨਾਂ ਨੂੰ ਹੋਵੇ। ਠੀਕ ਹੈ ਜੀ, ਸਿੱਧਾ ਅਨੁਭਵ, ਜਿਹੜਾ ਸਿੱਧਾ ਅਨੁਭਵ ਦਾ ਮਤਲਬ ਇਹ ਹੈ ਵੀ ਉਹ ਜਿਹੜੀ ਚੀਜ਼ ਦਿੱਤੀ ਜਾ ਰਹੀ ਹੈ ਬੱਚਿਆਂ ਨੂੰ, ਉਹ ਉਹਨਾਂ ਦੇ ਡਾਇਰੈਕਟ ਮਤਲਬ ਐਕਸਪੀਰੀਅੰਸ ਨਾਲ ਅਟੈਚ ਹੋਵੇ। ਠੀਕ ਹੈ, ਮਤਲਬ ਕੋਈ ਥਿਓਰਟੀਕਲ ਚੀਜ਼ ਨਾ ਹੋਵੇ, ਡਾਇਰੈਕਟ ਪ੍ਰੈਕਟੀਕਲ ਚੀਜ਼ ਹੋਣੀ ਚਾਹੀਦੀ ਹੈ। ਉਪਯੋਗਤਾ, ਯਾਨੀ ਕਿ ਯੂਟੀਲਾਈਜ਼ ਇਹਦੇ ਵਿੱਚ ਹੋਣੀ ਚਾਹੀਦੀ ਹੈ। ਠੀਕ ਹੈ, ਇਹ ਸਭ ਚੀਜ਼ਾਂ ਜਿਹੜੀਆਂ ਦੋਸਤੋ ਇਸ ਦੇ ਸਿਧਾਂਤ ਵਜੋਂ ਕੰਮ ਕਰਦੀਆਂ ਨੇ। ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ ਕਿ ਪ੍ਰੋਜੈਕਟ ਵਿਧੀ ਦੇ ਕੁਝ ਪੜਾਅ ਹੁੰਦੇ ਨੇ ਦੋਸਤੋ, ਇਹਨਾਂ ਪੜਾਵਾਂ ਦੇ ਵਿੱਚੋਂ ਲੰਘ ਕੇ ਇੱਕ ਪ੍ਰੋਜੈਕਟ ਜਿਹੜਾ ਉਹ ਪੂਰਾ ਹੁੰਦਾ ਹੈ। ਸਭ ਤੋਂ ਪਹਿਲਾਂ ਟੀਚਰ ਕੀ ਕਰਦਾ, ਇੱਕ ਸਿਚੁਏਸ਼ਨ ਪ੍ਰੋਵਾਈਡ ਕਰਵਾਉਂਦਾ ਹੈ। ਠੀਕ ਹੈ, ਤਾਂ ਟੀਚਰ ਇੱਕ ਸਿਚੁਏਸ਼ਨ ਪ੍ਰੋਵਾਈਡ ਕਰਵਾਏਗਾ। ਨੰਬਰ 1 ਪੁਆਇੰਟ ਹੋ ਗਿਆ ਕਿ ਸਿਚੁਏਸ਼ਨ ਪ੍ਰੋਵਾਈਡ ਕਰਵਾਈ, ਟੀਚਰ ਨੇ ਦੱਸਿਆ ਵੀ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ, ਇਹਦੇ ਉੱਤੇ ਆਪਾਂ ਨੇ ਇੱਕ ਪ੍ਰੋਜੈਕਟ ਤਿਆਰ ਕਰਨਾ ਹੈ। ਉਸ ਤੋਂ ਬਾਅਦ ਉਹ ਕੀ ਕਰਨਗੇ, ਪਰਪਜ਼ ਤੈਅ ਕਰਨਗੇ। ਠੀਕ ਹੈ, ਸਿਲੈਕਟ ਮਤਲਬ ਸਮੱਸਿਆ ਹੈ ਸੀ ਜਿਹੜੀ ਕੋਈ, ਉਹਨੂੰ ਸਿਲੈਕਟ ਕਰਿਆ, ਪ੍ਰੋਜੈਕਟ ਅਸੀਂ ਉਹਨੂੰ ਸਿਲੈਕਟ ਕਰਿਆ ਅਤੇ ਉਹਦਾ ਪਰਪਜ਼ ਤੈਅ ਕੀਤਾ ਵੀ ਇਹ ਆਪਾਂ ਕਿਉਂ ਕਰ ਰਹੇ ਹਾਂ, ਇਹਦਾ ਕੀ ਪਰਪਜ਼ ਹੈ। ਇਸ ਤੋਂ ਬਾਅਦ ਦੋਸਤੋ ਯੋਜਨਾ ਬਣਾਈ ਜਾਵੇਗੀ ਵੀ ਇਹ ਆਪਾਂ ਕਿੱਥੇ ਤੋਂ ਸ਼ੁਰੂ ਕਰਾਂਗੇ, ਇਸ ਤੋਂ ਬਾਅਦ ਇਹ ਸਟੈਪ ਹੋਏਗਾ, ਇੱਥੇ ਜਾ ਕੇ ਇਹ ਚੀਜ਼ ਖਤਮ ਹੋਏਗੀ, ਤਾਂ ਉਹਦੀ ਪੂਰੀ ਪਲੈਨਿੰਗ ਬਣਾਈ ਜਾਵੇਗੀ। ਫਿਰ ਉਹ ਜਿਹੜੀ ਪਲੈਨਿੰਗ ਬਣਾਈ ਸੀ ਉਹਨੂੰ ਐਗਜ਼ੀਕਿਊਟ ਕੀਤਾ ਜਾਵੇਗਾ, ਉਹਨੂੰ ਲਾਗੂ ਕੀਤਾ ਜਾਵੇਗਾ ਵੀ ਅੱਛਾ ਇਹ ਆਪਾਂ ਨੇ ਐਂ ਸੋਚਿਆ ਸੀ ਇਹ ਕਰਾਂਗੇ, ਪੂਰਾ ਉਹਨੂੰ ਨਿਭਾਇਆ ਜਾਵੇਗਾ। ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ, ਇਸ ਤੋਂ ਬਾਅਦ ਕੀਤਾ ਜਾਵੇਗਾ ਉਹਨੂੰ ਜੱਜ, ਵੀ ਜੋ ਚੀਜ਼ ਆਪਾਂ ਨੇ ਬਣਾਈ ਹੈ, ਜੋ ਪ੍ਰੋਜੈਕਟ ਆਪਾਂ ਨੇ ਤਿਆਰ ਕੀਤਾ ਹੈ, ਇਹ ਕਿਸ ਤਰ੍ਹਾਂ ਦਾ ਬਣਿਆ। ਠੀਕ ਹੈ, ਅਤੇ ਇਸ ਤੋਂ ਬਾਅਦ ਇਵੈਲੂਏਟ ਕੀਤਾ ਜਾਵੇਗਾ, ਸਹੀ ਬਣਿਆ, ਗਲਤ ਬਣਿਆ, ਕੀ ਕਮੀ ਰਹਿ ਗਈ, ਇਹ ਸਭ ਚੀਜ਼ਾਂ ਇਸ ਸਟੈਪ ਦੇ ਵਿੱਚ ਆਉਣਗੀਆਂ, 5ਵੇਂ ਸਟੈਪ ਦੇ ਵਿੱਚ। ਇਸ ਤੋਂ ਬਾਅਦ 6ਵਾਂ ਸਟੈਪ ਹੋਏਗਾ ਦੋਸਤੋ ਰਿਕਾਰਡਿੰਗ, ਯਾਨੀ ਕਿ ਰਿਕਾਰਡ ਰੱਖਣਾ, ਜੋ ਵੀ ਪ੍ਰੋਜੈਕਟ ਤਿਆਰ ਕੀਤਾ ਉਹਦਾ ਸਿੱਟਾ ਕੀ ਨਿਕਲਿਆ, ਇਹ ਚੀਜ਼ ਬਣੀ, ਇਹ ਉਦੇਸ਼ਾਂ ਦੀ ਪੂਰਤੀ ਹੋਈ, ਤਾਂ ਉਹਦਾ ਪੂਰਾ ਇੱਕ ਲਿਖਤੀ ਰਿਕਾਰਡ ਕਹਿ ਸਕਦੇ ਆਪਾਂ ਰੱਖਿਆ ਜਾਵੇਗਾ। ਤਾਂ ਇਸ ਤਰੀਕੇ ਨਾਲ ਕੋਈ ਵੀ ਪ੍ਰੋਜੈਕਟ ਜਿਹੜਾ ਉਹ ਇਹਨਾਂ ਸਟੈਪਸ ਦੇ ਵਿੱਚ ਲੰਘ ਕੇ ਕੰਪਲੀਟ ਹੋ ਜਾਵੇਗਾ। ਇਸ ਤੋਂ ਬਾਅਦ ਦੋਸਤੋ ਆਪਾਂ ਸਮਝਦੇ ਹਾਂ ਬਲੂਮ ਟੈਕਸੋਨੋਮੀ। ਵੈਸੇ ਤਾਂ ਇਹ ਬਹੁਤ ਜ਼ਿਆਦਾ ਮਤਲਬ ਲੈਂਦੀ ਹੈ, ਅੱਗੇ ਇਹਦੇ ਬਹੁਤ ਜ਼ਿਆਦਾ ਪੁਆਇੰਟ ਨੇ, ਪਰ ਆਪਾਂ ਸੰਖੇਪ ਦੇ ਵਿੱਚ ਸਮਝਦੇ ਹਾਂ। ਜਿਹੜੀ ਬਲੂਮ ਟੈਕਸੋਨੋਮੀ ਹੈ ਦੋਸਤੋ, ਇਸ ਦੇ ਮੁੱਖ 3 ਪੜਾਅ ਨੇ। ਪਹਿਲਾ ਪੜਾਅ ਹੈ ਦੋਸਤੋ ਇਸਦਾ ਕੋਗਨੀਟਿਵ। ਠੀਕ ਹੈ, ਉਸ ਤੋਂ ਬਾਅਦ ਦੂਸਰਾ ਪੜਾਅ ਹੈ ਦੋਸਤੋ ਇਹਦਾ ਅਫੈਕਟਿਵ, ਅਤੇ ਤੀਸਰਾ ਪੜਾਅ ਹੈ ਦੋਸਤੋ ਸਾਈਕੋਮੋਟਰ, ਜਿਹਨੂੰ ਅਸੀਂ ਕੋਗਨੀਟਿਵ ਡੋਮੇਨ ਵੀ ਆਖ ਦਿੰਦੇ ਹਾਂ। ਠੀਕ ਹੈ,
ਤਾਂ ਦੇਖੋ ਕੋਗਨੀਟਿਵ ਡੋਮੇਨ ਦੇ ਵਿੱਚ ਕੀ ਹੈ ਦੋਸਤੋ, ਇਸ ਦੇ ਵਿੱਚ ਉਹ ਚੀਜ਼ਾਂ ਸ਼ਾਮਲ ਜਿਹੜੀਆਂ ਆਪਣੇ ਹੈੱਡ ਨਾਲ ਮਤਲਬ ਆਪਣੇ ਮੈਂਟਲੀ ਤੌਰ 'ਤੇ ਆਪਾਂ ਜਿਹੜੇ ਇਹਦੇ ਵਿੱਚ ਪ੍ਰੈਜੈਂਟ, ਜਿਵੇਂ ਕਿ ਮੈਂਟਲ ਸਕਿੱਲਸ ਹੋ ਗਿਆ, ਥਿੰਕਿੰਗ ਹੋ ਗਈ, ਠੀਕ ਹੈ, ਨੌਲੇਜ ਹੋ ਗਈ, ਇਹ ਸਭ ਚੀਜ਼ਾਂ ਨੇ ਜਿਹੜੀਆਂ ਇਹ ਕੋਗਨੀਟਿਵ ਡੋਮੇਨ ਦੇ ਵਿੱਚ ਸ਼ਾਮਲ ਹੋਣਗੀਆਂ, ਮਤਲਬ ਆਪਣੀ ਬੁੱਧੀ ਨਾਲ ਸੰਬੰਧਿਤ ਚੀਜ਼ਾਂ, ਠੀਕ ਹੈ, ਇਸ ਦੇ ਵਿੱਚ ਸ਼ਾਮਲ ਹੋਣਗੀਆਂ। ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ ਅਫੈਕਟਿਵ ਡੋਮੇਨ ਦੇ ਵਿੱਚ ਆਪਣੀ ਹਾਰਟ ਨਾਲ ਰਿਲੇਟਡ ਚੀਜ਼ਾਂ, ਆਪਣਾ ਹਾਰਟ ਯਾਨੀ ਕਿ ਇਹਦੇ ਨਾਲ ਰਿਲੇਟਡ ਇਮੋਸ਼ਨਸ ਹੋ ਗਏ, ਫੀਲਿੰਗਸ ਹੋ ਗਈਆਂ, ਤਾਂ ਇਹ ਅਫੈਕਟਿਵ ਡੋਮੇਨ ਦੇ ਵਿੱਚ ਦੋਸਤੋ ਸ਼ਾਮਲ ਹੋਣਗੀਆਂ। ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ ਸਾਈਕੋਮੋਟਰ ਡੋਮੇਨ ਦੀ, ਇਹਦੇ ਵਿੱਚ ਆਪਣੀ ਹੈਂਡ ਹੋਏ ਮਤਲਬ ਆਪਣੀ ਜਿਹੜੀਆਂ ਮੋਟਰ ਸਕਿੱਲਸ ਨੇ ਇਸ ਦੇ ਵਿੱਚ ਕੀ ਹੋਣਗੀਆਂ, ਇਨਵੋਲਵ ਹੋਣਗੀਆਂ, ਮਤਲਬ ਕਿ ਆਪਣੀਆਂ ਮਾਸਪੇਸ਼ੀਆਂ ਹੈ ਨਾ, ਵੀ ਆਪਾਂ ਕੋਈ ਕੁੱਦ ਰਹੇ ਹਾਂ, ਖੇਡ ਰਹੇ ਹਾਂ, ਉਹ ਸਭ ਚੀਜ਼ਾਂ ਜਿਹੜੀਆਂ ਸਾਈਕੋਮੋਟਰ ਦੇ ਵਿੱਚ ਸ਼ਾਮਲ ਹੋਣਗੀਆਂ। ਆਪਣੀ ਹੈਂਡ ਨਾਲ ਰਿਲੇਟਡ ਇਹ ਡੂਇੰਗ ਅਸਪੈਕਟ ਵੀ ਇਹਨੂੰ ਕਹਿ ਦਿੱਤਾ ਜਾਂਦਾ, ਮਤਲਬ ਕਰਕੇ ਦੇਖਣ ਨਾਲ ਸੰਬੰਧਿਤ ਹੈ ਨਾ, ਬੱਚਾ ਜਦੋਂ ਕਰਕੇ ਸਿੱਖ ਰਿਹਾ ਹੈ ਤਾਂ ਉਹ ਕੀ ਹੈ, ਸਾਈਕੋਮੋਟਰ ਹੈ, ਠੀਕ ਹੈ ਦੋਸਤੋ। ਅਤੇ ਇਹਨੂੰ ਕਈ ਵਾਰ ਕੋਨੇਟਿਵ ਡੋਮੇਨ ਵੀ ਕਹਿ ਦਿੱਤਾ ਜਾਂਦਾ, ਇਹ ਵੀ ਤੁਸੀਂ ਧਿਆਨ ਦੇ 'ਚ ਰੱਖਿਓ, ਕੋਨੇਟਿਵ ਇੱਦਾਂ, ਠੀਕ ਹੈ, ਕੋਨੇਟਿਵ ਡੋਮੇਨ ਵੀ ਇਹਨੂੰ ਕਹਿ ਦਿੱਤਾ ਜਾਂਦਾ। ਵੈਸੇ ਇਹਦੇ ਅੱਗੇ ਬਹੁਤ ਪੁਆਇੰਟ ਨੇ ਦੋਸਤੋ, ਹਰੇਕ ਡੋਮੇਨ ਦੇ ਵਿੱਚ ਕਾਫੀ ਪੁਆਇੰਟ ਨੇ, ਪਰ ਆਪਾਂ ਨੇ ਸੰਖੇਪ ਦੇ ਵਿੱਚ ਹੀ ਇਹਨੂੰ ਸਮਝਿਆ। ਇਸ ਤੋਂ ਬਾਅਦ ਦੋਸਤੋ ਤੁਹਾਨੂੰ ਇਹ ਕਲਾਸਿਸ ਬਹੁਤੇ ਦੋਸਤਾਂ ਨੇ ਦੇਖ ਲਈਆਂ ਹੋਣਗੀਆਂ, ਨਹੀਂ ਦੇਖੀਆਂ ਤਾਂ ਇੱਕ ਵਾਰ ਜ਼ਰੂਰ ਦੇਖਿਓ। ਇਹਨਾਂ ਕਲਾਸ ਦੇ ਵਿੱਚ ਇਸ ਕਲਾਸ ਦੇ ਵਿੱਚ ਅਸੀਂ ਨੇ ਕੀਤਾ ਹੈ ਅਧਿਆਪਕ ਸਹਾਇਕ ਸਮੱਗਰੀ, ਮਤਲਬ ਕਿ ਇਹਦੇ ਵਿੱਚ ਇਹ ਸਭ ਚੀਜ਼ਾਂ ਵੀ ਬੋਰਡ ਕੀ ਹੈ, ਕਿਹੜਾ ਪ੍ਰੋਜੈਕਟਡ ਹੈ, ਕਿਹੜਾ ਨੋਨ ਪ੍ਰੋਜੈਕਟਡ ਹੈ, ਟੀਚਿੰਗ ਏਡਸ, ਇਹ ਸਭ ਚੀਜ਼ਾਂ ਇਸ ਕਲਾਸ ਦੇ ਵਿੱਚ ਸ਼ਾਮਲ ਨੇ ਦੋਸਤੋ। ਇਹਦੇ ਵਿੱਚੋਂ ਪ੍ਰਸ਼ਨ ਪੱਕਾ ਬਣੇਗਾ। ਇਸ ਤੋਂ ਬਿਨਾਂ ਮੁਲਾਂਕਣ ਵਾਲਾ ਯਾਨੀ ਕਿ ਇਵੈਲੂਏਸ਼ਨ ਵਾਲਾ ਜਿਹੜਾ ਟੌਪਿਕ ਸੀ, ਅਸੈਸਮੈਂਟ ਕੀ ਹੈ, ਇਵੈਲੂਏਸ਼ਨ ਕੀ ਹੈ, ਅਸੈਸਮੈਂਟ ਫਾਰ ਲਰਨਿੰਗ, ਅਸੈਸਮੈਂਟ ਆਫ ਲਰਨਿੰਗ, ਅਸੈਸਮੈਂਟ ਐਜ ਲਰਨਿੰਗ, ਇਹ ਸਭ ਚੀਜ਼ਾਂ ਇਸ ਕਲਾਸ ਦੇ ਵਿੱਚ ਕਵਰ ਕੀਤੀਆਂ ਨੇ। ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਪਲੇਲਿਸਟ ਦਾ ਲਿੰਕ ਮਿਲੇਗਾ, ਉੱਥੇ ਤੋਂ ਸਿਰਫ ਇਹ ਕਲਾਸਾਂ ਦੇਖ ਲਿਓ, ਠੀਕ ਹੈ, ਜਿਹੜੀਆਂ ਜਿਵੇਂ 8 ਨੰਬਰ ਕਲਾਸ, 16 ਨੰਬਰ ਕਲਾਸ, ਇਸ ਤੋਂ ਬਿਨਾਂ 3 ਨੰਬਰ ਕਲਾਸ ਦੇਖਣੀ ਤੁਸੀਂ ਨੇ, ਜਿਹਦੇ 'ਚ ਡਿਸਆਰਡਰਸ ਦੱਸੇ ਨੇ, ਇਸ ਤੋਂ ਬਿਨਾਂ 4 ਨੰਬਰ ਕਲਾਸ, ਤਾਂ ਇਹ ਦੇਖਣੇ ਤੁਹਾਡੇ ਲਈ ਲਾਜ਼ਮੀ ਨੇ। ਇਹਦੇ 'ਚ ਅਸੀਂ ਪੂਰੇ 33 ਟੀਚਿੰਗ ਮੈਥਡ ਦੱਸੇ ਨੇ, ਜਿਨ੍ਹਾਂ ਦੇ ਉੱਤੇ ਡਾਇਰੈਕਟ ਸਵਾਲ ਬਣਦਾ ਜੀ, ਠੀਕ ਹੈ, ਇਹਨਾਂ ਨੂੰ ਸਮਝਿਓ। ਅਤੇ ਇਸ ਤੋਂ ਬਾਅਦ ਦੋਸਤੋ ਆਪਾਂ ਕੁਝ ਸਟਾਰਟ ਕਰਦੇ ਹਾਂ ਜੋ ਪ੍ਰੀਵੀਅਸ ਈਅਰ ਦੇ ਵਿੱਚ ਕੁਐਸਚਨ ਪੁੱਛੇ ਜਾ ਚੁੱਕੇ ਨੇ। ਦੇਖੋ ਜੀ, ਇਹ ਜੋ ਕੁਐਸਚਨ ਹੈ ਇਹਦੇ ਵਿੱਚ ਡਾਇਰੈਕਟ ਕੀ ਹੈ ਦੋਸਤੋ, ਡੈਫੀਨੇਸ਼ਨ ਦਿੱਤੀ ਗਈ ਹੈ, ਤਾਂ ਇਹ ਡੈਫੀਨੇਸ਼ਨ ਅਸੀਂ ਦੱਸਣਾ ਕਿ ਕਿਹਦੇ ਅਕੋਰਡਿੰਗ ਹੈ, ਤਾਂ ਆਪਾਂ ਸਿੰਪਲ ਜਿਹਾ ਆਨਸਰ ਦੱਸ ਦਿੰਦੇ ਹਾਂ। ਇਹ ਜਿਹੜੀ ਡੈਫੀਨੇਸ਼ਨ ਹੈ ਇਹ NCF 2000 ਦੇ ਅਕੋਰਡਿੰਗ ਹੈ, ਯਾਨੀ ਕਿ ਨੈਸ਼ਨਲ ਕੈਰੀਕੂਲਮ ਫਰੇਮਵਰਕ ਫਾਰ ਸਕੂਲ ਐਜੂਕੇਸ਼ਨ 2000, ਤਾਂ ਇਸ ਦੇ ਅਕੋਰਡਿੰਗ ਇਹ ਡੈਫੀਨੇਸ਼ਨ ਦਿੱਤੀ ਗਈ ਹੈ, ਤੁਸੀਂ ਇਹਨੂੰ ਇੱਦਾਂ ਹੀ ਧਿਆਨ ਦੇ ਵਿੱਚ ਰੱਖਣਾ ਹੈ। ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਬਲੂਮ ਟੈਕਸੋਨੋਮੀ ਦੇ ਸਿੱਖਿਆ ਦੇ ਉਦੇਸ਼ਾਂ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਾਮਲ ਨਹੀਂ ਹੈ, ਜਵਾਬ ਇਸ ਦੇ ਵਿੱਚ ਦੋਸਤੋ ਸ਼ਾਮਲ ਨਹੀਂ ਹੈਗੇ। ਅੱਗੇ ਜੋ ਪੁਆਇੰਟਸ ਇਹਦੇ ਬਣਨਗੇ, ਆਪਾਂ 3 ਡੋਮੇਨਾਂ ਡਿਸਕਸ ਕੀਤੀਆਂ ਨੇ, ਇਸ ਦੇ ਅੱਗੇ ਪੁਆਇੰਟ ਬਣਨਗੇ ਜਿਨ੍ਹਾਂ ਦੇ ਵਿੱਚ ਇਹ ਸਭ ਚੀਜ਼ਾਂ ਸ਼ਾਮਲ ਹੋਣਗੀਆਂ, ਸਿਰਫ ਜਵਾਬ ਇਸ ਦੇ ਵਿੱਚ ਸ਼ਾਮਲ ਨਹੀਂ ਹੈ। ਇਸ ਤੋਂ ਬਿਨਾਂ ਜੇਕਰ ਆਪਾਂ ਦੋਸਤੋ ਗੱਲ ਕਰੀਏ ਇਨਕੁਆਇਰੀ ਟ੍ਰੇਨਿੰਗ ਮਾਡਲ ਦੀ, ਠੀਕ ਹੈ, ਇਹ ਦਿੱਤਾ ਸੀ ਜੀ ਰਿਚਰਡ ਸਚਮਨ ਨੇ, ਤਾਂ ਇਸ ਦੇ ਉੱਤੇ ਪਹਿਲਾਂ ਵੀ ਕੁਐਸਚਨ ਸੇਮ ਟੂ ਸੇਮ ਇਹ ਕੁਐਸਚਨ ਪਹਿਲਾਂ ਵੀ ਰਿਪੀਟਡ ਹੈ, ਮਤਲਬ ਪਹਿਲਾਂ ਵੀ ਪੇਪਰਾਂ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ ਡੈਸ਼ ਨੇ ਸਿੱਖਣ ਦੇ ਤਜਰਬਿਆਂ ਨੂੰ 3 ਕਿਸਮਾਂ ਵਿੱਚ ਵਰਗੀਕ੍ਰਿਤ ਕੀਤਾ, ਪ੍ਰਤੱਖ ਅਨੁਭਵ, ਦ੍ਰਿਸ਼ ਅਨੁਭਵ, ਸੰਕੇਤਕ ਅਨੁਭਵ, ਜਿਨ੍ਹਾਂ ਨੂੰ ਉੱਚ ਅਮੂਰਤ ਅਨੁਭਵ ਕਿਹਾ ਜਾਂਦਾ ਹੈ। ਤਾਂ ਇਹ ਕਿਸ ਨੇ ਕੀਤਾ ਸੀ, ਤਾਂ ਇਹ ਕੀਤਾ ਸੀ ਐਡਗਰ ਡੇਲ ਨੇ, ਠੀਕ ਹੈ। ਤਾਂ ਇਸ ਤਰੀਕੇ ਨਾਲ ਆਪਣਾ ਆਪਸ਼ਨ ਇਹ ਸਾਡਾ ਰਾਈਟ ਆਨਸਰ ਦੋਸਤੋ ਹੋ ਜਾਵੇਗਾ। ਇਸ ਤੋਂ ਬਾਅਦ ਉਹੀ ਕੁਐਸਚਨ ਆ ਗਿਆ ਜਿਹੜਾ ਆਪਾਂ ਪਹਿਲਾਂ ਡਿਸਕਸ ਤੁਹਾਡੇ ਨਾਲ ਕੀਤਾ ਸੀ ਕਿ ਪੰਜਾਬ ਰਾਜ ਵਿੱਚ ਸਮਾਜਿਕ ਸਿੱਖਿਆ ਅਧਿਆਪਕ ਬਣਨ ਲਈ ਕਿਹੜੀ ਯੋਗਤਾ ਲਾਜ਼ਮੀ ਨਹੀਂ ਹੈ। ਦੇਖੋ, ਸੰਬੰਧਿਤ ਵਿਸ਼ੇ ਵਿੱਚ BA ਮਤਲਬ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ, B.Ed ਹੋਣੀ ਚਾਹੀਦੀ ਹੈ, PS ਟੈਟ ਜਿਹੜਾ ਇਹ ਹੋਣਾ ਚਾਹੀਦਾ ਹੈ। ਤਾਂ ਇਹ 3 ਚੀਜ਼ਾਂ ਨੇ ਜਿਹੜੀਆਂ ਤਾਂ ਲਾਜ਼ਮੀ ਨੇ ਦੋਸਤੋ, ਇਹਨਾਂ ਨੇ ਲਾਜ਼ਮੀ ਨਹੀਂ ਪੁੱਛਿਆ ਸੀ, ਤਾਂ MA ਜਿਹੜੀ ਉਹ ਲਾਜ਼ਮੀ ਨਹੀਂ ਹੈ। ਤਾਂ ਇਹ 3 ਚੀਜ਼ਾਂ ਲਾਜ਼ਮੀ ਨੇ, MA ਆਪਸ਼ਨਲ ਹੈ, ਕੋਈ ਕਰ ਸਕਦਾ ਹੈ ਤਾਂ ਵਧੀਆ ਗੱਲ ਹੈ, ਅਦਰਵਾਈਜ਼ ਇਹ ਲਾਜ਼ਮੀ ਨਹੀਂ ਹੈ। ਇਸ ਤੋਂ ਬਾਅਦ ਦੋਸਤੋ ਨੈਕਸਟ ਆਪਾਂ ਗੱਲ ਕਰੀਏ ਸਮਾਜਿਕ ਵਿਗਿਆਨ ਅਧਿਆਪਨ ਦੇ ਲਈ ਪ੍ਰੋਜੈਕਟਡ ਟੀਚਿੰਗ ਏਡ ਕਿਹੜੀ ਹੈ ਨਾ, ਜੋ ਫਿਲਮ ਸਟ੍ਰਿਪ ਸਲਾਈਡ ਉਪਰੋਕਤ ਸਾਰੀ, ਤਾਂ ਇਹ ਸਭ ਚੀਜ਼ਾਂ ਹੀ ਦੋਸਤੋ ਪ੍ਰੋਜੈਕਟਡ ਟੀਚਿੰਗ ਏਡ ਦੇ ਵਿੱਚ ਸ਼ਾਮਲ ਨੇ, ਤਾਂ ਉਪਰੋਕਤ ਸਾਰੇ ਵਾਲਾ ਸਾਡਾ ਆਨਸਰ ਰਾਈਟ ਹੋ ਜਾਵੇਗਾ। ਇਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਦੋਸਤੋ ਸਮਾਜਿਕ ਵਿਗਿਆਨ ਦੇ ਪਾਠਕ੍ਰਮ ਸੰਗਠਨ ਲਈ ਹੇਠ ਦਿੱਤਿਆਂ ਵਿੱਚੋਂ ਕਿਹੜੀ ਪਹੁੰਚ ਨਹੀਂ ਅਪਣਾਈ ਜਾਂਦੀ। ਤਾਂ ਇਸ ਦੇ ਵਿੱਚੋਂ ਸਹਿਕਾਰੀ ਪਹੁੰਚ ਜਿਹੜੀ ਇਹ ਨਹੀਂ ਅਪਣਾਈ ਜਾਂਦੀ, ਤਾਂ ਆਪਸ਼ਨ C ਸਾਡਾ ਦੋਸਤੋ ਰਾਈਟ ਆਨਸਰ ਇਸ ਦੇ ਵਿੱਚ ਹੋ ਜਾਵੇਗਾ। ਹੇਠ ਲਿਖਿਆਂ ਵਿੱਚੋਂ ਕਿਹੜੀ ਟੀਚਿੰਗ ਏਡ ਰਵਾਇਤੀ ਅਤੇ ਸਭ ਤੋਂ ਵਰਤੀ ਜਾਣ ਵਾਲੀ ਹੈ। ਤਾਂ ਦੋਸਤੋ ਦੇਖੋ ਇਸ ਦੇ ਵਿੱਚ ਕੀ ਹੈ ਕਿ ਬਲੈਕ ਬੋਰਡ ਜਿਹੜਾ ਇਹ ਰਵਾਇਤੀ ਹੈ, ਪਰੰਪਰਾਗਤ ਹੈ, ਜੋ ਪਹਿਲਾਂ ਤੋਂ ਚੱਲਿਆ ਆ ਰਿਹਾ ਅਤੇ ਅੱਜ ਵੀ ਇਸ ਦਾ ਯੂਜ਼ ਹੋ ਰਿਹਾ ਹੈ, ਤਾਂ ਬਲੈਕ ਬੋਰਡ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਿਨਾਂ ਦੋਸਤੋ ਨੈਕਸਟ ਕੁਐਸਚਨ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਜਿਕ ਸਿੱਖਿਆ ਅਧਿਆਪਨ ਦਾ ਸਿਧਾਂਤ ਹੈ। ਤਾਂ ਦੇਖੋ ਇਸ ਦੇ ਵਿੱਚੋਂ ਅਗਿਆਤ ਤੋਂ ਗਿਆਤ ਵੱਲ ਜਾਇਆ ਜਾਂਦਾ ਹੈ,
ਇਹ ਇਸ ਦਾ ਸਿਧਾਂਤ ਦੋਸਤੋ ਹੋਵੇਗਾ। ਆਪਸ਼ਨ ਸੀ ਸਾਡਾ ਰਾਈਟ ਆਨਸਰ ਦੋਸਤੋ ਇਸ ਦੇ ਵਿੱਚ ਹੋ ਜਾਵੇਗਾ। ਕਿਹੜੀ ਸੰਸਥਾ ਭਾਰਤ ਦੇ ਸਕੂਲ ਵਿਦਿਆਰਥੀਆਂ ਲਈ ਪਾਠ ਪੁਸਤਕਾਂ ਵਿਕਸਿਤ ਕਰਦੀ ਹੈ? ਇਸ ਦੇ ਵਿੱਚ ਦੇਖੋ UGC ਤਾਂ ਰਿਲੇਟਡ ਹੈਗੀ ਦੋਸਤੋ ਕਾਲਜ ਯੂਨੀਵਰਸਿਟੀਆਂ ਨੂੰ, ਇਹ ਮਤਲਬ ਕੀ ਕਰਦੀ ਕਹਿ ਸਕਦੇ ਹਾਂ ਵੀ ਉਹਨਾਂ ਦਾ ਧਿਆਨ ਰੱਖਦੀ ਹੈ, ਉਹਨਾਂ ਦੇ ਉੱਪਰ ਕੰਮ ਕਰਦੀ ਹੈ, ਉਹਨਾਂ ਦਾ ਪੂਰਾ ਸਟਰਕਚਰ ਚਲਾਉਂਦੀ ਹੈ। ਅਤੇ ਇਸ ਤੋਂ ਬਿਨਾਂ NCTE ਇਹ ਟੀਚਰ ਐਜੂਕੇਸ਼ਨ ਨਾਲ ਰਿਲੇਟਡ ਹੈ। ਅਤੇ NCERT ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਹ ਕੀ ਕਰਦੀ ਹੈ? ਸਕੂਲੀ ਵਿਦਿਆਰਥੀਆਂ ਦੇ ਲਈ ਕਿਤਾਬਾਂ ਪਾਠਕ੍ਰਮ ਹੈ ਜਿਹੜਾ ਹੁੰਦਾ ਉਸ ਚੀਜ਼ ਨੂੰ ਨਿਸ਼ਚਿਤ ਕਰਦੀ ਹੈ, ਪਾਠ ਪੁਸਤਕਾਂ ਜਿਹੜੀਆਂ ਉਹਨਾਂ ਨੂੰ ਵਿਕਸਿਤ ਕਰਦੀ ਹੈ। ਨੈਕਸਟ ਆਪਾਂ ਡਿਸਕਸ ਕਰਦੇ ਹਾਂ ਦੋਸਤੋ ਕਿ ਮਾਈਕਰੋ ਟੀਚਿੰਗ ਲਈ ਕਿਹੜਾ ਸਹੀ ਨਹੀਂ ਹੈ। ਤਾਂ ਦੇਖੋ ਦੋਸਤੋ, ਇਹ ਪਹਿਲਾ ਪੁਆਇੰਟ ਹੈ ਕਿ ਇਹ ਅਧਿਆਪਕ ਸਿਖਲਾਈ ਤਕਨੀਕ ਹੈ। ਬਿਲਕੁਲ ਮਾਈਕਰੋ ਟੀਚਿੰਗ ਦੀ ਫਾਈਲ ਬਣਾਈ ਜਾਂਦੀ ਹੈ ਜਦੋਂ B.Ed ਕਰਦੇ ਹੁੰਦੇ ਆ ਉਦੋਂ ਪ੍ਰੈਕਟੀਕਲ ਵਾਲੇ ਸਮੈਸਟਰ ਦੇ ਵਿੱਚ, ਤਾਂ ਉਹੀ ਚੀਜ਼ ਹੈ। ਇਹ ਕੀ ਹੈ? ਅਧਿਆਪਕ ਸਿਖਲਾਈ ਨਾਲ ਸੰਬੰਧਿਤ ਹੋ ਗਈ। ਜਦੋਂ TP ਲੱਗਦੀ ਹੁੰਦੀ ਹੈ B.Ed ਦੇ ਵਿੱਚ ਉਸ ਸਮੇਂ ਇਹ ਮਤਲਬ ਯੂਜ਼ ਹੁੰਦੀ ਹੈ। ਤਾਂ ਅਧਿਆਪਕ ਸਿਖਲਾਈ ਨਾਲ ਸੰਬੰਧਿਤ ਇਹ ਸਹੀ ਹੈ ਕਥਨ। ਅਤੇ ਜਮਾਤ ਦੇ ਆਕਾਰ ਨੂੰ 5-7 ਵਿਦਿਆਰਥੀਆਂ ਤੱਕ ਸੀਮਿਤ ਕਰਕੇ ਵਾਤਾਵਰਨ ਨਿਯੰਤਰਿਤ ਕੀਤਾ ਜਾਂਦਾ, ਇਹ ਗੱਲ ਵੀ ਸਹੀ ਹੈ। ਇਸ ਤੋਂ ਬਿਨਾਂ ਸਧਾਰਨ ਕੌਸ਼ਲਾਂ ਦੀ ਬਜਾਏ ਖਾਸ ਕੌਸ਼ਲਾਂ 'ਤੇ ਜ਼ੋਰ ਦਿੱਤਾ ਜਾਂਦਾ, ਇਹ ਗੱਲ ਵੀ ਸਹੀ ਹੈ। ਤਾਂ ਇਹ ਗੱਲ ਗਲਤ ਹੋ ਗਈ ਕਿ ਇਹ ਸਧਾਰਨ ਜਮਾਤ ਅਧਿਆਪਨ ਤਕਨੀਕ ਹੈ ਜੋ ਸਕੂਲ ਅਧਿਆਪਕਾਂ ਵੱਲੋਂ ਵਰਤੀਆਂ ਜਾਂਦਾ ਹੈ। ਤਾਂ ਇਸ ਦੇ ਵਿੱਚ ਦੋਸਤੋ ਇਹ ਗੱਲ ਗਲਤ ਹੋ ਗਈ, ਕਿਉਂਕਿ ਇਹ ਮਤਲਬ ਸਧਾਰਨ ਤਕਨੀਕ ਨਹੀਂ ਹੈਗੀ ਵੀ ਜੋ ਸਕੂਲ ਦੇ ਅਧਿਆਪਕ ਵਰਤਣਗੇ। ਤਾਂ ਇਹ TP ਵਾਲਿਆਂ ਲਈ ਹੁੰਦੀ ਹੈ, ਜੋ ਮਤਲਬ ਕੀ ਕਹਿ ਸਕਦੇ ਆਪਾਂ ਵਿਦਿਆਰਥੀ ਅਧਿਆਪਕ ਹੁੰਦੇ ਨੇ ਉਹਨਾਂ ਲਈ ਇਹ ਯੂਜ਼ ਹੁੰਦੀ ਹੈ। ਇਸ ਤੋਂ ਬਿਨਾਂ ਦੋਸਤੋ ਨੈਕਸਟ ਕੁਐਸਚਨ ਆਪਾਂ ਡਿਸਕਸ ਕਰਦੇ ਹਾਂ ਕਿ ਵਿਵਾਦਿਤ ਵਿਸ਼ਿਆਂ ਨੂੰ ਪੜ੍ਹਾਉਣ ਲਈ ਕਿਹੜੀ ਅਧਿਆਪਨ ਵਿਧੀ ਸਭ ਤੋਂ ਢੁਕਵੀਂ ਹੋਏਗੀ। ਤਾਂ ਸਿੰਪਲ ਜੀ ਗੱਲ ਹੋ ਗਈ ਕਿ ਵਿਚਾਰ ਵਟਾਂਦਰਾ ਜਿਹੜੀ ਵਿਧੀ ਇਹ ਸਭ ਤੋਂ ਬੈਸਟ ਹੋਏਗੀ। ਦੇਖੋ ਇਹਦੇ ਲਈ ਟੀਚਰ ਸਰੋਤ ਵਿਧੀ ਜਾਂ ਪ੍ਰੋਜੈਕਟ ਤਾਂ ਨਹੀਂ ਦੇਵੇਗਾ ਵੀ ਇਹ 'ਤੇ ਪ੍ਰੋਜੈਕਟ ਬਣਾ ਕੇ ਲਿਆਓ, ਨਾ ਹੀ ਉਹ ਲੈਕਚਰ ਦੇ ਸਕਦਾ। ਹੁਣ ਉਹ ਲੈਕਚਰ ਦੇ ਕੋਈ ਵਿਵਾਦਿਤ ਵਿਸ਼ਾ ਸੀ ਤਾਂ ਵਿਦਿਆਰਥੀ ਅੱਧੇ ਹੋ ਸਕਦਾ ਉਹਦੇ ਨਾਲ ਰਿਲੇਟ ਕਰਨ, ਅੱਧੇ ਰਿਲੇਟ ਨਾ ਕਰਨ, ਤਾਂ ਇੱਦਾਂ ਨਹੀਂ ਟੀਚਰ ਕਰ ਸਕਦਾ। ਉਹਨਾਂ ਨੂੰ ਵਿਚਾਰ ਵਟਾਂਦਰਾ ਕਰਨ ਲਈ ਕਹਿ ਸਕਦਾ ਵੀ ਹਾਂ ਦੱਸੋ ਇਹਦੇ ਕਿਹੜੇ ਕਿਹੜੇ ਗੁੱਡ ਪੁਆਇੰਟ ਨੇ, ਕਿਹੜੇ ਕਿਹੜੇ ਬੈਡ ਪੁਆਇੰਟ ਨੇ। ਤਾਂ ਵਿਚਾਰ ਵਟਾਂਦਰਾ ਸਭ ਤੋਂ ਬੈਸਟ ਰਹੇਗੀ। ਹੇਠ ਲਿਖਿਆਂ ਵਿੱਚੋਂ ਕਿਹੜਾ ICT ਆਧਾਰਿਤ ਟੂਲ ਨਹੀਂ ਹੈ? ਡਿਜੀਟਲ ਬੋਰਡ ਹੈਗੇ ਹੈ। ਇਸ ਤੋਂ ਬਿਨਾਂ ਇਲੈਕਟ੍ਰੋਨਿਕ ਪੁਸਤਕਾਂ E-books ICT ਦਾ ਟੂਲ ਹੋ ਸਕਦੀਆਂ ਨੇ, ਠੀਕ ਹੈ। ਪਾਵਰ ਪੁਆਇੰਟ ਪੇਸ਼ਕਾਰੀ ਯਾਨੀ ਕਿ PPT ਹੋ ਸਕਦੀ ਹੈ। ਚੁੰਬਕੀ ਬੋਰਡ ਦਾ ਇਸ ਵਿੱਚ ਕੋਈ ਰੋਲ ਨਹੀਂ, ICT ਦੇ ਨਾਲ ਸੰਬੰਧਿਤ ਇਹ ਨਹੀਂ ਹੈ। ਇਸ ਤੋਂ ਬਿਨਾਂ ਦੋਸਤੋ ਆਪਾਂ ਗੱਲ ਕਰੀਏ ਕਿ ਪਾਠ ਯੋਜਨਾ ਦੱਸਣੀ ਅਸੀਂ ਨੇ ਹਰਵਰਟੀਅਨ ਸਟੈਪਸ ਦੇ ਅਕੋਰਡਿੰਗ, ਠੀਕ ਹੈ। ਤਾਂ ਹਰਵਰਟੀਅਨ ਸਟੈਪਸ ਦੇ ਅਕੋਰਡਿੰਗ ਆਪਾਂ ਨੇ ਸਿੰਪਲ ਜੀ ਗੱਲ ਦੱਸਣੀ ਸੀ। ਸਭ ਤੋਂ ਪਹਿਲਾਂ ਜਾਣ ਪਛਾਣ ਆਵੇਗੀ ਨੰਬਰ 1, ਠੀਕ ਹੈ। ਅਤੇ ਦੁਹਰਾਈ ਲਾਸਟ ਦੇ ਵਿੱਚ ਆਵੇਗੀ। ਇਹ ਆਪਸ਼ਨ ਸਾਡੇ ਕੋਲ ਰਾਈਟ ਆਨਸਰ ਹੋ ਜਾਵੇਗਾ, ਠੀਕ ਹੈ ਦੋਸਤੋ। ਇਸ ਤਰੀਕੇ ਨਾਲ ਆਪਾਂ ਨੇ ਇਹ ਡਿਸਕਸ ਕਰਨਾ ਸੀ। ਇਹਨੂੰ ਤੁਸੀਂ ਰੋਕ ਕੇ ਵੀਡੀਓ ਨੂੰ ਆਪਣਾ ਸਮਝ ਲਿਓ ਇੱਕ ਵਾਰ, ਠੀਕ ਹੈ। ਇਹਨੂੰ ਮਤਲਬ ਸਟੈਪਸ ਕਈ ਵਾਰ ਰਿਪੀਟ ਹੋ ਜਾਂਦੇ ਨੇ, ਇਹਨਾਂ ਦੀ ਸੀਰੀਜ਼ ਪੁੱਛ ਲੈਂਦੇ ਨੇ, ਤਾਂ ਇਹ ਚੀਜ਼ ਨੂੰ ਧਿਆਨ ਦੇ ਵਿੱਚ ਤੁਸੀਂ ਜ਼ਰੂਰ ਰੱਖਿਓ। ਇਸ ਤੋਂ ਬਿਨਾਂ ਨੈਕਸਟ ਕੁਐਸਚਨ ਹੈ ਦੋਸਤੋ, ਐਕਸ਼ਨ ਰਿਸਰਚ ਦਾ ਪਿਤਾ ਯਾਨੀ ਕਿ ਕਾਰਵਾਈ ਖੋਜ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ? ਕੁਰਟ ਲੇਵਿਨ ਨੂੰ ਇਹ ਕਿਹਾ ਜਾਂਦਾ ਹੈ। ਤਾਂ ਆਪਸ਼ਨ A ਸਾਡੇ ਕੋਲ ਦੋਸਤੋ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਾਅਦ ਨੈਕਸਟ ਕੁਐਸਚਨ ਸਿੰਪਲ ਜਿਹਾ ਉਹੀ ਕੁਐਸਚਨ ਆ ਗਿਆ ਕਿ ਬਲੂਮ ਦੇ ਮੌਲਿਕ ਵਰਗੀਕਰਨ ਅਨੁਸਾਰ ਕਿੰਨੇ ਕਾਰਜ ਖੇਤਰ ਨੇ? ਤਾਂ ਸਿੰਪਲ ਜੀ ਗੱਲ ਹੋ ਗਈ, ਇਹ 3 ਨੇ ਜੋ ਆਪਾਂ ਡਿਸਕਸ ਹੁਣ ਕਰ ਚੁੱਕੇ ਹਾਂ, ਠੀਕ ਹੈ। ਤਾਂ ਇਹ 3 ਕਿਹੜੇ ਕਿਹੜੇ ਨੇ? ਕੋਗਨੀਟਿਵ ਹੋ ਗਿਆ, ਠੀਕ ਹੈ, ਮਤਲਬ ਕੋਗਨੀਟਿਵ ਉਹ ਥਰਡ ਕਹਿ ਰਿਹਾ ਮੈਂ, ਸਾਈਕੋਮੋਟਰ ਵਾਲਾ। ਇਸ ਤੋਂ ਨਾਲ ਅਫੈਕਟਿਵ ਸੀ, ਕੋਗਨੀਟਿਵ ਸੀ, ਠੀਕ ਹੈ। ਤਾਂ ਇਸ ਤਰੀਕੇ ਨਾਲ ਆਪਣੇ ਕੋਲ ਇਹ ਹੋ ਗਏ ਦੋਸਤੋ 3। ਇਨ ਅ ਸਿਟੀ ਸਕੂਲ ਦਾ ਬੈਸਟ ਮੈਥਡ ਟੂ ਇੰਟਰੋਡਿਊਸ ਟਾਈਪਸ ਆਫ ਫੋਰੈਸਟ। ਮਤਲਬ ਕਿ ਟੀਚਰ ਨੇ ਕੀ ਕਰਨਾ ਜੋਗਰਾਫੀ ਦੇ ਵਿੱਚ, ਮਤਲਬ ਟਾਈਪਸ ਆਫ ਫੋਰੈਸਟ ਯਾਨੀ ਕਿ ਜੰਗਲਾਂ ਦੀਆਂ ਕਿਸਮਾਂ ਬਾਰੇ ਪੜ੍ਹਾਉਣੇ, ਠੀਕ ਹੈ। ਤਾਂ ਉਹ ਕਿਹੜੀ ਟੈਕਨੀਕ ਇਹਦੇ ਵਿੱਚ ਅਪਣਾਏਗਾ? ਉਹ ਇਸ ਦੇ ਉੱਤੇ ਇੱਕ PPT ਤਿਆਰ ਕਰੇਗਾ ਜਾਂ ਫਿਰ ਕੋਈ ਡਾਕੂਮੈਂਟਰੀ, ਠੀਕ ਹੈ, ਜਾਂ ਫਿਰ ਉਹ ਬੱਚਿਆਂ ਨੂੰ ਗਰੁੱਪਾਂ ਦੇ ਵਿੱਚ ਵੰਡ ਦੇਗਾ ਅਤੇ ਉਹਨਾਂ ਨੂੰ ਕਹੇਗਾ ਵੀ ਟਾਈਪਸ ਆਫ ਗਰੁੱਪ ਦੇ ਉੱਤੇ ਵਰਕ ਦੇਵੇਗਾ, ਜਾਂ ਫਿਰ ਕੀ ਕਰੇਗਾ ਉਹ ਔਰਗੇਨਾਈਜ਼ ਕਰੇਗਾ ਇੱਕ ਫੀਲਡ ਟ੍ਰਿਪ, ਠੀਕ ਹੈ। ਤਾਂ ਇਹ ਬੈਸਟ ਆਪਸ਼ਨ ਰਹੇਗੀ ਕਿ ਉਹ ਇੱਕ ਫੀਲਡ ਵਿਜ਼ਿਟ ਨੂੰ ਕੀ ਕਰੇਗਾ? ਔਰਗੇਨਾਈਜ਼ ਕਰੇਗਾ। ਮਤਲਬ ਸਕੂਲ ਦੇ ਨੇੜੇ ਕੋਈ ਜੰਗਲ ਵਗੈਰਾ ਦਰਖਤ ਟਾਈਪ ਜਿਹੇ ਨੇ ਉੱਥੇ ਮਤਲਬ ਕਹਿ ਦੇਗਾ ਵੀ ਆਜੋ ਚੱਲੀਏ, ਉੱਥੇ ਉਹਨੂੰ ਟਾਈਪਸ ਦਿਖਾਉਣ ਲਈ ਲੈ ਕੇ ਜਾਵੇਗਾ। ਇਹ ਆਪਸ਼ਨ ਸਾਡੇ ਕੋਲ ਬੈਸਟ ਰਹੇਗੀ, ਠੀਕ ਹੈ। ਇਹ ਇੱਕ ਪ੍ਰੋਜੈਕਟ ਹੀ ਹੋ ਗਿਆ, ਆਪਾਂ ਇੱਦਾਂ ਕਹਿ ਸਕਦੇ ਹਾਂ, ਠੀਕ ਹੈ। ਇਸ ਤੋਂ ਬਿਨਾਂ ਦੋਸਤੋ ਨੈਕਸਟ ਹੈ ਅ ਟੀਚਰ ਪ੍ਰੋਵਾਈਡਸ ਸਮ ਕ੍ਰਾਈਟੀਰੀਆ ਟੂ ਸਟੂਡੈਂਟਸ ਆਸਕ ਦੈਮ ਟੂ ਅਸੈਸ ਦੇਅਰ ਪ੍ਰੋਜੈਕਟ ਔਨ ਦੋਜ ਬੇਸਿਸ। ਤਾਂ ਦੋਸਤੋ ਇੱਕ ਟੀਚਰ ਨੇ ਕੀ ਕੀਤਾ, ਕੁਝ ਕ੍ਰਾਈਟੀਰੀਆ ਦੇ ਦਿੱਤਾ ਬੱਚਿਆਂ ਨੂੰ, ਠੀਕ ਹੈ, ਵਿਦਿਆਰਥੀਆਂ ਨੂੰ, ਅਤੇ ਕਿਹਾ ਵੀ ਇਹਦੇ ਉੱਤੇ ਪ੍ਰੋਜੈਕਟ ਆਪਦੇ ਬੇਸ ਦੇ ਉੱਤੇ ਪ੍ਰੋਜੈਕਟ ਨੂੰ ਅਸੈਸ ਕਰੋ, ਠੀਕ ਹੈ। ਅਤੇ ਇਹਨਾਂ ਨੂੰ ਮਤਲਬ ਇਸ ਮੇਜਰ ਕਿ ਇਸ ਤਰ੍ਹਾਂ ਉਹ ਕੀ ਕਰ ਰਿਹਾ ਹੈ? ਅਸੈਸਮੈਂਟ ਲਗਾ ਰਿਹਾ ਹੈ ਨਾ, ਅੰਕਲਨ ਕਰ ਰਿਹਾ ਹੈ। ਤਾਂ ਇਸ ਨੂੰ ਅਸੀਂ ਕਿਹੜਾ ਅੰਕਲਨ ਕਹਾਂਗੇ ਜੋ ਟੀਚਰ ਦੇ ਦੁਆਰਾ ਅਪਣਾਇਆ ਗਿਆ ਹੈ? ਤਾਂ ਸਿੰਪਲ ਜੀ ਗੱਲ ਹੋ ਗਈ, ਇਹ ਸੈਲਫ ਅਸੈਸਮੈਂਟ ਹੈ। ਮਤਲਬ ਉਹਨਾਂ ਨੂੰ ਕਹਿ ਤਾ ਵੀ ਤੁਸੀਂ ਆਪਣੇ ਆਪ ਕਰੋ, ਠੀਕ ਹੈ। ਸੈਲਫ ਉਹਨਾਂ ਖੁਦ 'ਤੇ ਹੀ ਕੰਮ ਛੱਡਤਾ, ਤਾਂ ਇਹ ਕੀ ਹੋ ਗਈ? ਸੈਲਫ ਅਸੈਸਮੈਂਟ ਹੋ ਗਈ।
ਵਾਟ ਇਜ਼ ਦਾ ਨਿਮਨੇਚਰ ਚੇਂਜ ਸੁਗੈਸਟਡ ਬਾਈ NCF 2005 ਫਾਰ ਸਵਿਕਸ। ਤਾਂ ਦੇਖੋ ਜਿਹੜਾ ਸਵਿਕਸ ਹੁੰਦਾ ਸੀ ਇਸ ਦੇ ਲਈ ਇੱਕ ਸੁਜੈਸ਼ਨ ਦਿੱਤੀ ਸੀ NCF 2005 ਨੇ ਕਿ ਇਸ ਨੂੰ ਮਤਲਬ ਮਰਜ ਕਰ ਦਿੱਤਾ ਗਿਆ ਸੀ ਕਾਹਦੇ 'ਚ, ਸੋਸ਼ਲ ਐਂਡ ਪੋਲੀਟੀਕਲ ਲਾਈਫ ਦੇ ਵਿੱਚ, ਜਿਹਨੂੰ ਤੁਸੀਂ SPL ਕਹਿੰਦੇ ਹੋ, ਠੀਕ ਹੈ। SPL ਦੇ ਵਿੱਚ ਮਰਜ ਇਹਨੂੰ ਕਰ ਦਿੱਤਾ ਗਿਆ ਸੀ। ਤਾਂ ਇਹ ਸੁਜੈਸ਼ਨ ਸੀ ਜਿਹੜੀ NCF 2005 ਦੁਆਰਾ ਦਿੱਤੀ ਗਈ ਸੀ। ਇਸ ਤੋਂ ਬਾਅਦ ਨੈਕਸਟ ਕੁਐਸਚਨ ਡਿਸਕਸ ਕਰਦੇ ਹਾਂ ਦੋਸਤੋ, ਵਿਚ ਵੈਲਿਊ ਵਿਲ ਯੂ ਐਮਫੇਸਾਈਜ਼ ਦਾ ਲੀਸਟ ਇਨ ਅਪਰ ਪ੍ਰਾਇਮਰੀ ਸੋਸ਼ਲ ਸਾਇੰਸ ਕਲਾਸਰੂਮ ਫਰੋਮ ਅਮੰਗ ਦਾ ਫੋਲੋਇੰਗਸ। ਤਾਂ ਇਹਦੇ ਵਿੱਚੋਂ ਕਿਹੜੀ ਚੀਜ਼ ਨੂੰ ਤੁਸੀਂ ਮਤਲਬ ਲੀਸਟ ਐਮਫੇਸਾਈਜ਼ ਕਰੋਗੇ, ਤਾਂ ਇਹ ਹੋਏਗਾ ਕੰਪੀਟੀਟਿਵਨੈਸ। ਆਪਸ਼ਨ ਇਹ ਸਾਡਾ ਰਾਈਟ ਆਨਸਰ ਹੋ ਜਾਵੇਗਾ। ਇਸ ਤੋਂ ਬਿਨਾਂ ਦੋਸਤੋ ਇਹ ਚੀਜ਼ਾਂ ਤਾਂ ਤੁਸੀਂ ਮਤਲਬ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕਰੋਗੇ ਨਾ, ਕੋਆਪਰੇਸ਼ਨ ਹੋਇਆ, ਸਾਇੰਟੀਫਿਕ ਅਪਰੋਚ ਹੋਈ, ਇਕੁਐਲਿਟੀ ਹੋਈ, ਇਹਨਾਂ ਤੋਂ ਵੱਧ ਯੂਜ਼ ਕਰੋਗੇ। ਤਾਂ ਲੀਸਟ ਯੂਜ਼ ਕਿਹਦਾ ਕਰੋਗੇ ਤੁਸੀਂ, ਕੰਪੀਟੀਟਿਵਨੈਸ ਦਾ। ਨੈਕਸਟ ਹੈ ਦੋਸਤੋ, ਵਾਟ ਇਜ਼ ਦਾ ਪਰਪਜ਼ ਆਫ ਸਮਿਟਿਵ ਅਸੈਸਮੈਂਟ ਆਫ ਸਟੂਡੈਂਟ। ਤਾਂ ਜਿਹੜੀ ਐਸੇ ਹੁੰਦੀ ਹੈ, ਐਸੇ ਪੇਪਰ ਹੁੰਦੇ ਨੇ, ਦੇਖੋ ਸਿੰਪਲ ਇਹਨੂੰ ਸਮਝਿਆ ਕਰੋ। ਸਮਿਟਿਵ ਅਸੈਸਮੈਂਟ ਦਾ ਮੀਨਿੰਗ ਕੀ ਹੈ, ਐਸੇ ਦੇ ਪੇਪਰ। ਤਾਂ ਇਹ ਕੀ ਹੁੰਦੇ ਨੇ, ਐਂਡ 'ਤੇ ਹੁੰਦੇ ਨੇ, ਟਰਮ ਦੇ ਐਂਡ 'ਤੇ ਹੁੰਦੇ ਨੇ, ਅਸੈਸਿੰਗ ਐਟ ਦਾ ਐਂਡ ਆਫ ਟਰਮ। ਆਪਸ਼ਨ ਸੈਕਿੰਡ ਸਾਡਾ ਰਾਈਟ ਆਨਸਰ ਦੋਸਤੋ ਇਸ ਦੇ ਵਿੱਚ ਹੋ ਜਾਵੇਗਾ। ਨੈਕਸਟ ਜੋ ਲਾਸਟ ਕੁਐਸਚਨ ਹੈ ਦੋਸਤੋ ਅੱਜ ਦੀ ਕਲਾਸ ਦਾ, ਵਿਚ ਵਨ ਆਫ ਫੋਲੋਇੰਗ ਮੈਥਡਸ ਇਜ਼ ਦਾ ਮੋਸਟ ਰਿਲੇਵੈਂਟ ਫਾਰ ਦਾ ਟੀਚਿੰਗ ਆਫ ਹਿਸਟੋਰੀਕਲ ਫੈਕਟਸ। ਮਤਲਬ ਕਿ ਇੱਕ ਟੀਚਰ ਹੈ, ਉਹ ਕੀ ਕਰ ਰਿਹਾ, ਹਿਸਟੋਰੀਕਲ ਫੈਕਟਸ ਨੂੰ ਟੀਚ ਕਰ ਰਿਹਾ, ਠੀਕ ਹੈ। ਤਾਂ ਉਹ ਕੀ ਕਰੇਗਾ, ਕਿਹੜੀ ਚੀਜ਼ ਨੂੰ ਯੂਜ਼ ਕਰੇਗਾ। ਤਾਂ ਇਸ ਦੇ ਵਿੱਚ ਸਿੰਪਲ ਜੀ ਗੱਲ ਕੀ ਹੋਊਗੀ, ਦੇਖੋ ਦੋਸਤੋ, ਪ੍ਰੋਜੈਕਟ ਤਾਂ ਨਹੀਂ ਦਿੰਦਾ ਉਹ, ਐਂ ਤਾਂ ਨਹੀਂ ਕਹਿੰਦਾ ਵੀ ਕੋਈ ਰਾਜੇ ਮਹਾਰਾਜੇ ਲਿਖ ਕੇ ਲੈ ਕੇ ਆਓ, ਠੀਕ ਹੈ। ਪ੍ਰੋਜੈਕਟ ਵੀ ਨਹੀਂ ਦਿੰਦਾ, ਮੈਪ ਵੀ ਨਹੀਂ ਦਿੰਦਾ, ਪ੍ਰੋਬਲਮ ਸੋਲਵਿੰਗ ਵੀ ਨਹੀਂ ਮੈਥਡ ਯੂਜ਼ ਕਰਦਾ। ਉਹ ਯੂਜ਼ ਕਰੇਗਾ ਸੋਰਸ ਮੈਥਡ। ਮਤਲਬ ਕਿ ਕੋਈ ਹਿਸਟੋਰੀਕਲ ਫੈਕਟ ਪੜ੍ਹਾਉਣ ਜਾ ਰਿਹਾ ਹੈ, ਕਿਸੇ ਇਤਿਹਾਸਿਕ ਗੁਰਦੁਆਰੇ ਪੜ੍ਹਾਇਆ ਜਾ ਰਿਹਾ, ਹੋ ਸਕਦਾ ਉੱਥੇ ਦੀ ਵਿਜ਼ਿਟ ਕਰਵਾਵੇ, ਠੀਕ ਹੈ। ਉਹ ਸੋਰਸ ਨੂੰ ਦਿਖਾਵੇ, ਕਿਸੇ ਸਮਾਰਕ ਬਾਰੇ, ਕਿਸੇ ਸ਼ਿਲਾਲੇਖ ਬਾਰੇ ਉਹ ਪੜ੍ਹਾਉਣ ਜਾ ਰਿਹਾ ਹੈ, ਤਾਂ ਉਸ ਨੂੰ ਐਜ ਏ ਸੋਰਸ ਯੂਜ਼ ਕਰ ਸਕਦਾ ਹੈ, ਠੀਕ ਹੈ। ਤਾਂ ਸੋਰਸ ਮੈਥਡ ਦੇ ਵਿੱਚ ਇਹ ਚੀਜ਼ਾਂ ਕਵਰ ਹੋਣਗੀਆਂ ਦੋਸਤੋ। ਤਾਂ ਇਸ ਤਰੀਕੇ ਨਾਲ ਅੱਜ ਦੀ ਕਲਾਸ ਅਸੀਂ ਨੇ ਕੰਪਲੀਟ ਕਰ ਲਈ ਹੈ। ਇਹ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਇੱਕ ਵਾਰ ਕਮੈਂਟ ਕਰਕੇ ਜ਼ਰੂਰ ਦੱਸਿਓ। ਥੈਂਕ ਯੂ ਸੋ ਮੱਚ।